देश दुनिया च वसदे पंजाबियों को खुशामदीद। मैं हरजिंदर सिंह रंधावा, तुस देख रहे हो पंजाब टैलीविजन और मेरे नाल ने ज्ञानी केवल सिंह साहब। ज्ञानी केवल सिंह साबका जथेदार तख्त श्री दमदमा साहब। मैं इत्थे ये साफ कर दियां कि ज्ञानी जी इन्हीं दिनी कन्वीनर ने पंथक तालमेल संगठन के जिहड़े वख-वख पंथक जथेबंदियां के समूह की अगवाई कर रहे हैं। इस तो इलावा ज्ञानी जी श्री अकाल तख्त साहब के हैड ग्रंथी रहे और कई इतिहासक वरतारियां के चशमदीद भी रहे। मैं तुहानूं ये भी याद करा दियां कि श्री अकाल तख्त साहब के हैड ग्रंथी होंदियां प्रोफैसर दर्शन सिंह जथेदार सीगे अकाल तख्त साहब के, श्री अकाल तख्त साहब के। उस मौके पर जो बरनाले नूं सज़ा लाई जाती है तो उहदे विच ज्ञानी केवल सिंह भी नाल सीगे। सो मैं जी आया आखदा है ज्ञानी केवल सिंह जी नूं। स्वागत है सिंह साहब। मैं खालसा वाहिगुरू जी फतेह। ज्ञानी जी तुसीं पंथक हलकियां दे विच जाणिया पछाणिया चेहरा हो ते जिन्ना चिर बंदा इतिहास नहीं समझदा, बीते ते झाती नहीं पाउंदा, वो ना तो वर्तमान नूं समझ सकदा है ना भविख दी भविखबाणी कर सकदा। कियासराइयां महज किसी वेले गलती करन ते मजबूर करदियां। साडे विच अजकल पेशेंस दा लैवल घट रहा। असीं अतीत वल झाती नहीं मारदे, वर्तमान च उलझे होए हां ते भविख दी बहुती बेहतर आस कर नहीं सकदे अजिहे समय च। सो मैं जिस दा सवाल तुहानूं पहला करां कि सिंह साहब तुहाडे जथेदार गुरचरण सिंह टौड़ा नाल बेहतर संबंध सी, तुसीं तख्त श्री दमदमा साहब दे जथेदार सीगे। ऐसे किहड़े हालात बने कि तुहानूं जथेदारी नालों वख करता गया ते अज तक मुड़ के तुहानूं जिहड़ी मेन स्ट्रीम आ जिन्हों असीं जिन्हां नूं इह कहने आ श्रोमणी कमेटी ते बाकी संस्थावां, इहदे विच तुहाडी वापसी ना हुई। हालांकि तुहाडी सरगर्मी जबरदस्त रही है और तुहाडी जिहड़ी कार्यशैली एक्टिविटी जिहड़ी उहदे च कोई कमी नहीं जी। हाँ जी, वाहिगुरू जी का खालसा वाहिगुरू जी की फतेह। पहलां ते पंजाब टैलीविजन के सारे श्रोतिਆਂ ਨੂੰ वड्डे ਦੇ ਨਾਲ दास अपने ਵੱਲੋਂ गुरु फतेह ਦੀ ਸਾਂਝ ਕਰਦਾ जी। ਤੇ ਵਾਹਿਗੁਰੂ ਜੀ का खालसा वाहिगुरू जी की फतेह जी। ਅੱਜ ਅਸੀਂ ਦੇਖਦੇ ਪਏ ਹਾਂ कि वर्तमान ਜਿਹੜੇ ਸਾਡੇ ਹਾਲਾਤ ਨੇ ਕੌਮ ਦੇ, ਉਹਦੇ ਤੇ ਬਹੁਤ ਸਾਰੇ ਚਿੰਤਕ ਜਿਹੜੇ ਨੇ ਆਪਣੇ ਆਪਣੇ ਢੰਗ ਦੀ ਜਿਹੜੀ ਹੈ ਉਹ ਫਿਕਰਮੰਦੀ ਦਾ ਪ੍ਰਗਟਾਵਾ ਕਰ ਰਹੇ ਨੇ ਜੀ। ਤੇ ਅਸੀਂ ਹੁਣ ਦਾਸ ਨੇ ਮਹਿਸੂਸ ਕੀਤਾ ਹੈ ਕਿ ਪੰਜਾਬ ਟੈਲੀਵਿਜ਼ਨ ਦੇ ਇਸ ਸਾਡੇ ਸਮੂਹ ਵੱਲੋਂ ਸਰਦਾਰ ਹਰਜਿੰਦਰ ਸਿੰਘ ਜੀ ਤੇ ਵੱਲੋਂ ਜਿਹੜਾ ਯਤਨ ਇੱਕ ਚੰਗੀ ਸੋਚ ਨੂੰ ਵਿਚਾਰਾਂ ਨੂੰ ਸਾਹਮਣੇ ਰੱਖਣ ਦਾ ਕੀਤਾ ਜਾ ਰਿਹਾ, ਇਹ ਬੜਾ ਮੁਬਾਰਕ ਯਤਨ ਹੈ। ਤੇ ਅੱਜ ਦਾਸ ਦੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਉਣ ਦਾ ਜਿਹੜਾ ਯਤਨ ਕੀਤਾ ਜਾ ਰਿਹਾ। ਸੋ ਮੈਂ ਪਹਿਲੀ ਬੇਨਤੀ ਤੇ ਕਰਾਂਗਾ ਕਿ ਜਿਹੜੀ ਸੇਵਾ ਦਾਸ ਨੂੰ ਨਸੀਬ ਹੋਈ 1988 ਦੇ ਵਿੱਚ ਤੇ ਉਸ ਤੋਂ ਬਾਅਦ 1993 ਦੇ ਵਿੱਚ, ਇਹ ਸੇਵਾ ਕੇਵਲ ਗੁਰੂ ਪਾਤਸ਼ਾਹ ਦੀ ਆਪਣੀ ਬਖਸ਼ਿਸ਼ ਦੁਆਰਾ ਹੀ ਮਿਲੀ ਜੀ। ਇਹ ਜੋ ਜਿੰਨਾ ਉਸ ਸਮੇਂ ਦੇ ਹਾਲਾਤ ਜਿਸ ਤਰ੍ਹਾਂ ਦੇ ਵੀ ਸਨ, ਜਦੋਂ ਸਾਨੂੰ ਸੇਵਾ ਨਸੀਬ ਹੋਈ ਤਾਂ ਪਹਿਲਾਂ ਤੇ ਦਾਸ ਨੇ 1990 ਦੇ ਵਿੱਚ ਅਸਤੀਫਾ ਦਿੱਤਾ, ਜਿਹਨੂੰ ਪ੍ਰੋਫੈਸਰ ਦਰਸ਼ਨ ਸਿੰਘ ਦੀ ਸੇਵਾ ਛੱਡ ਕੇ ਆ ਗਏ ਸਨ ਜੀ। ਤੇ ਦਾਸ ਵੀ ਉਹਨਾਂ ਤੋਂ ਬਾਅਦ ਨਾਲ ਹੀ ਸੇਵਾ ਮੁਕਤ ਹੋ ਕੇ ਆਪਣਾ ਅਸਤੀਫਾ ਦੇ ਕੇ ਆ ਗਿਆ ਸੀ। ਤੇ ਉਹਨਾਂ ਹਾਲਾਤਾਂ ਦੇ ਵਿੱਚ ਜੋ ਸਾਡੇ ਸਾਹਮਣੇ ਉਸ ਸਮੇਂ ਦੇ ਹਾਲਾਤ ਸਨ, ਸ਼੍ਰੀ ਦਰਬਾਰ ਸਾਹਿਬ ਸੰਗਤ ਦੀ ਆਮਦ ਬਹੁਤ ਘੱਟ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਹਿ ਹੋ ਚੁੱਕੀ ਹੋਈ ਸੀ। ਪ੍ਰੋਫੈਸਰ ਦਰਸ਼ਨ ਸਿੰਘ ਜੀ ਉਸ ਸਮੇਂ ਆਪਣੀ ਜ਼ਿੰਮੇਵਾਰੀ ਜਿਹੜੀ ਸੀ ਉਹ ਨਿਭਾ ਰਹੇ ਸਨ ਤੇ ਦਾਸ ਉਹਨਾਂ ਦੇ ਨਾਲ ਇੱਕ ਉਹਨਾਂ ਨੇ ਆਪ ਮੰਗ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਕਿ ਮੇਰਾ ਨਾਮ ਪੇਸ਼ ਕੀਤਾ ਸੀ ਕਿ ਉਹਨਾਂ ਨੂੰ ਤੁਸੀਂ ਬੁਲਾਓ ਤੇ ਮੈਂ ਉਹਨਾਂ ਨਾਲ ਲੈ ਕੇ ਸੇਵਾ ਕਰਨੀ ਚਾਹੁੰਦਾ ਹਾਂ। ਤੇ ਉਹਨਾਂ ਨੇ ਤਾਂ ਕਰਕੇ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਗਿਆ। ਉਦੋਂ ਸਰਦਾਰ ਬਰਨਾਲਾ ਜੀ ਦੀ ਜਿਹੜੀ ਪੇਸ਼ੀ ਸੀ ਉਹ ਮੇਰੇ ਗਿਆ 5 ਦਿਨ ਬਾਅਦ ਦੇ ਵਿੱਚ ਹੋਈ ਹੈ। ਤੇ ਉਸ ਸਮੇਂ ਅਸੀਂ ਬੈਠ ਕੇ ਰਲ ਮਿਲ ਕੇ ਵਿਚਾਰ ਹੀ ਬਣਾਇਆ ਸੀ ਕਿ ਇਹਨਾਂ ਨੂੰ ਜਿਹੜੀ ਸਜ਼ਾ ਹੈ ਤਨਖਾਹ ਜਿਹੜੀ ਲਾਈ ਜਾਵੇ ਕਿਸ ਢੰਗ ਦੀ ਲਾਈ ਜਾਵੇ ਤਾਂ ਕਿ ਕੌਮ ਦੇ ਅੰਦਰ ਇੱਕ ਇਤਿਹਾਸਕ ਵਰਤਾਰਾ ਜਿਹੜਾ ਹੈ ਇਹ ਲੋਕਾਂ ਦੀ ਨਿਗਾਹ ਦੇ ਸਾਹਮਣੇ ਆ ਜਾਏ। ਸੋ ਸਮੇਂ ਅਸੀਂ ਜੋ ਵਿਚਾਰ ਕੀਤਾ, ਦੋ ਗੱਲਾਂ ਸਾਡੇ ਸਾਹਮਣੇ ਉਦੋਂ ਆਈਆਂ ਸਨ ਕਿ ਇੱਕ ਤਾਂ ਇਤਿਹਾਸ ਨੂੰ ਜੇ ਦੁਹਰਾ ਦਿੱਤਾ ਜਾਏ ਕਿਸੇ ਢੰਗ ਦੇ ਨਾਲ ਤਾਂ ਉਹ ਬਿਹਤਰ ਰਹੇਗਾ, ਤਾਂ ਕਿ ਸਿੱਖ ਸਮਾਜ ਦੇ ਅੰਦਰ ਜਿਹੜੀ ਅਕਾਲੀ ਫੂਲਾ ਸਿੰਘ ਦੇ ਵੇਲੇ ਦੀ ਗੱਲ ਚੱਲਦੀ ਹੈ ਕਿ ਰਣਜੀਤ ਸਿੰਘ ਨੂੰ ਉਹਨਾਂ ਨੇ ਮਿਲੀ ਰੁੱਖ ਨਾਲ ਬੰਨ੍ਹਣ ਦੀ ਗੱਲ ਕੀਤੀ ਸੀ, ਤਾਂ ਉਸ ਮੌਕੇ ਸਰਦਾਰ ਬਰਨਾਲਾ ਨੂੰ ਜਿਹੜਾ ਥੰਮਲੇ ਨਾਲ ਬੰਨ੍ਹਣ ਦਾ ਜਿਹੜਾ ਸੀ ਇੱਕ ਜਿਹੜੀ ਉਹਨਾਂ ਰੱਖਿਆ ਗਿਆ ਸੀ ਉਹਦੇ ਵਿੱਚ ਸਜ਼ਾ ਤਨਖਾਹ ਵਿੱਚ, ਤਾਂ ਇੱਕ ਇਹ ਰੱਖਿਆ ਗਿਆ ਸੀ ਤੇ ਉਸ ਸਮੇਂ ਦਾਸ ਨੂੰ ਜਿਹੜੀ ਸੇਵਾ ਜਿਹੜੀ ਸੀ ਉਹ ਥੰਮਲੇ ਬੰਨ੍ਹਣ ਦੀ ਜਿਹੜੀ ਉਸ ਕਿਰਿਆ ਸੀ ਉਹ ਦਾਸ ਦੁਆਰਾ ਸੀ। ਇਸ ਤਰ੍ਹਾਂ ਨਾਲ ਕਿ ਉਹਨਾਂ ਨੇ ਗਲੇ ਅਹਿਸਾਸ ਕਰਾਉਣ ਲਈ ਕਿ ਤੁਸੀਂ ਹੁਕਮ ਦੀ ਤਮੀਲ ਨਹੀਂ ਕੀਤੀ
ਤੇ ਉਹਦੇ ਵਾਸਤੇ ਉਹਨਾਂ ਨੇ ਗਲੇ ਵਿੱਚ ਇੱਕ ਫੱਟੀ ਜਿਹੜੀ ਸੀ, ਤਖਤੀ ਜਿਹੜੀ ਸੀ, ਉਹ ਪਾਈ ਗਈ ਸੀ ਜੀ। ਇਸ ਤਰ੍ਹਾਂ ਉਦੋਂ 90 ਵਿੱਚ ਦਾਸ ਆ ਗਿਆ ਸੀ ਤੇ ਮੁੜ ਕੇ 93 ਦੇ ਵਿੱਚ ਫਿਰ ਸਰਦਾਰ ਟੋੜਾ ਜੀ ਨੇ ਦਾਸ ਨੂੰ ਸੇਵਾ ਵਾਸਤੇ ਬੁਲਾਇਆ ਸੀ ਬੜੇ ਸਤਿਕਾਰ ਦੇ ਨਾਲ ਕਿ ਉਸ ਅੱਛਾ, ਮੈਂ ਸਰਦਾਰ ਸਾਹਿਬ, ਮੈਂ ਸਿੰਘ ਸਾਹਿਬ ਇੱਥੇ ਜਾਊਂਗਾ ਜਦੋਂ ਤੁਹਾਨੂੰ ਟੋੜਾ ਸਾਹਿਬ ਨੇ ਬੁਲਾਇਆ, ਲੇਕਿਨ ਮੈਂ ਥੋੜਾ ਜਿਹਾ ਪਿਛਾਂਹ ਪਰਤਾਂ। ਉਹ ਕਿਹੜੇ ਹਾਲਾਤ, ਜਦੋਂ ਤੁਸੀਂ ਸੁਰਜੀਤ ਸਿੰਘ ਬਰਨਾਲਾ ਨੂੰ ਸੱਦਦੇ ਹੋ, ਜਦੋਂ ਤੁਸੀਂ ਤਲਬ ਕਰਦੇ ਹੋ, ਮੈਨੂੰ ਥੋੜਾ ਜਿਹਾ ਉਹਨਾਂ ਹਾਲਾਤਾਂ ਦਾ ਵੇਰਵਾ, ਉਹਨਾਂ ਮੀਟਿੰਗਸ ਦਾ ਵੇਰਵਾ ਦੱਸੋਗੇ? ਬਰਨਾਲਾ ਜੀ ਦੇ ਉੱਥੇ ਤਲਬ ਹੋਣ ਤੋਂ ਪਹਿਲਾਂ, ਉੱਥੇ ਉਹਨਾਂ ਦੇ ਆਉਣ ਤੋਂ ਪਹਿਲਾਂ ਜਿਹੜੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਪੰਥ ਚੋਂ ਛੇਕਿਆ ਗਿਆ, ਜਾਂ ਬਾਕੀ ਉਦੋਂ ਦੇ ਹਾਲਾਤ ਹੈ, ਥੋੜਾ ਜਿਹਾ ਚਾਨਣਾ ਪਾ ਦਿਓ ਤੇ ਜਰਾ ਸਥਿਤੀ ਹੋਰ ਸਾਫ਼ ਹੋ ਜਾਊਗੀ। ਉਹਨਾਂ ਦਾ ਐਟੀਟਿਊਡ, ਉਹਨਾਂ ਦਾ ਨਜ਼ਰੀਆ ਉਸ ਵੇਲੇ ਦਾ ਇਤਿਹਾਸਕ ਤੱਥ ਬਣ ਜਾਂਦੇ ਆ ਕਿ ਉਹ ਕਿਵੇਂ ਉਹਨਾਂ ਦਾ ਨਜ਼ਰੀਆ ਸੀ, ਕਿਵੇਂ ਉਹਨਾਂ ਰਿਐਕਟ ਕੀਤਾ, ਕਿਵੇਂ ਉਹ ਉੱਥੇ ਦਾਖਲ ਹੁੰਦੇ ਆ, ਔਰ ਕਿਸ ਤਰੀਕੇ ਨਾਲ ਉਹ ਸਾਰੀ ਪ੍ਰਕਿਰਿਆ ਪੂਰੀ ਹੁੰਦੀ। ਕਿਉਂਕਿ ਜਿਹੜਾ ਛੇਕਣ ਦੀ ਕਿਹਾ ਸੀ ਤੇ ਉਹ ਤੇ ਦਾਸ ਦੀ ਸੇਵਾ ਤੁਸੀਂ ਜਾਣ ਤੋਂ ਪਹਿਲਾਂ ਜਿਹੜੀ ਸੀ, ਕਾਫੀ ਲੰਮਾ ਸਮਾਂ ਪਹਿਲਾਂ ਹੋਇਆ ਸੀ, ਜਦੋਂ ਉਹਨਾਂ ਦੇ ਪੁਲਿਸ ਦੁਆਰਾ 84 ਤੋਂ ਬਾਅਦ ਦੁਬਾਰਾ ਅੰਦਰ ਪੁਲਿਸ ਜਿਹੜੀ ਸੀ ਕਿ ਸਰਕਾਰ ਦੇ ਦਰਬਾਰ ਦੀ ਦਿਵਾੜੀ ਸੀ ਜੀ, ਤੇ ਜਿਹੜਾ ਕੈਂਟਰ ਕੀਤਾ ਸੀ, ਉਹਦੀ ਵਜ੍ਹਾ ਕਰਕੇ ਕੌਮ ਨੇ ਉਹਨਾਂ ਨੂੰ ਜਿਹੜਾ ਸੀ, ਉਹ ਭਾਵੇਂ ਸੀਐਮ ਸਨ ਤੇ ਉਸ ਸਮੇਂ ਉਸ ਦੀ ਵਜ੍ਹਾ ਕਰਕੇ ਉਹਨਾਂ ਨੂੰ ਪੰਥ ਵਿੱਚ ਛੇਕਿਆ ਗਿਆ ਸੀ। ਠੀਕ ਹੈ। ਤੇ ਇਸ ਕਰਕੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਸੇਵਾ ਵਿੱਚ ਆਉਂਦੇ ਨੇ, ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣਾ ਅਕਾਲੀ ਦਲ ਤੋੜ ਦਿਓ, ਇਸ ਮੌਕੇ ਪੰਥ ਦਾ ਇੱਕੋ ਇੱਕ ਰਾਸ਼ਟਰੀ ਜਥਾ ਬਣਾਉਣਾ ਚਾਹੁੰਦੇ ਆ। ਤਾਂ ਉਸ ਮੌਕੇ ਉਹਨਾਂ ਨੇ ਉਹ ਜਥਾ ਨਹੀਂ ਸੀ ਤੋੜਿਆ ਤੇ ਨਾ ਤੋੜਨ ਕਰਕੇ ਫਿਰ ਉਸ ਮੌਕੇ ਜਿਹੜਾ ਕਾਫੀ ਲੰਮਾ ਸਮਾਂ ਚੱਲਦਾ ਰਿਹਾ, ਫਿਰ ਉਹਨਾਂ ਨੇ ਆਪ ਇੱਛਾ ਪ੍ਰਗਟ ਕੀਤੀ ਕਿ ਮੈਂ ਪੰਥ ਜੋ ਬਾਹਰ ਨਹੀਂ ਰਹਿ ਸਕਦਾ, ਤੇ ਮੇਰੇ ਜਾਣ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਸੀ ਉਹ ਸ਼੍ਰੀ ਅਕਾਲ ਤਖਤ ਤੇ ਆਈ ਹੋਈ ਸੀ। ਠੀਕ ਹੈ। ਤੇ ਉਹਨਾਂ ਦੀ ਜਿਹੜੀ ਤਰੀਕ ਹੈ ਉਹ ਮੇਰੇ ਖਿਆਲ 5 ਦਿਨ ਬਾਅਦ ਵਿੱਚ ਸੀ। ਸੋ ਉਦੋਂ ਮੁੜ ਕੇ ਸਾਨੂੰ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਬੈਠ ਕੇ ਉਹਨਾਂ ਸਾਨੂੰ ਦੱਸੀ ਗੱਲਬਾਤ, ਕਿਸ ਤਰ੍ਹਾਂ ਕਰਕੇ ਇਹ ਯਤਨ ਕੀਤੇ ਸਨ ਤੇ ਹੁਣ ਉਹਨਾਂ ਨੇ ਇੱਥੇ ਆਉਣ ਦੀ ਆਪਣੇ ਆਪ ਨੂੰ ਪੇਸ਼ ਕਰਨ ਵਾਸਤੇ ਬੇਨਤੀ ਕੀਤੀ ਹੈ ਤੇ ਇੰਨੀ ਤਰੀਕ ਨੂੰ ਉਹਨਾਂ ਨੇ ਆਉਣਾ ਹੈ। ਤੇ ਉਹ ਫਿਰ ਬੜੇ ਤਹੱਮਲ ਨਾਲ ਆਏ ਸਨ। ਮੈਂ ਦੇਖਿਆ ਕਿ ਉਹਨਾਂ ਦੀ ਜਿਹੜੀ ਪੇਸ਼ੀ ਸੀ ਉਹ ਬੜੇ, ਉਹਨਾਂ ਨੇ ਆਪਣੇ ਅੰਦਰ ਜੋ ਕੁਝ ਵੀ ਸੀ ਉਹਨਾਂ ਨੇ ਆਪਣਾ ਫੀਲ ਕੀਤਾ ਕਿ ਜੋ ਮੇਰੇ ਕੋਲ ਗਲਤੀ ਹੋਈ ਹੈ ਉਹ ਮੈਨੂੰ ਨਹੀਂ ਸੀ ਕਰਨੀ ਚਾਹੀਦੀ, ਤੇ ਅੱਜ ਹੁਣ ਮੈਨੂੰ ਇੱਕ ਨਿਮਾਣੇ ਸੇਵਕ ਦੇ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ। ਤੇ ਫਿਰ ਆਏ ਸਨ ਤੇ ਫਿਰ ਉਹ ਬਹੁਤ ਬੜੇ ਤਹੱਮਲ ਨਾਲ ਉਹਨਾਂ ਨੇ ਆਪਣੀ ਜੋ ਕੁਝ ਵੀ ਉਹਨਾਂ ਨੂੰ ਸਜ਼ਾ, ਜੋ ਤਨਖਾਹ ਐਲਾਨ ਕੀਤੀ ਗਈ ਸੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਸਾਰਿਆਂ ਨੇ ਸਲਾਹ ਮਸ਼ਵਰੇ ਨਾਲ ਉਹਨਾਂ ਨੇ ਬੜੇ ਸਤਿਕਾਰ ਨਾਲ ਸਿਰ ਝੁਕਾ ਕੇ ਇਸ ਨੂੰ ਪ੍ਰਵਾਨ ਕੀਤਾ ਸੀ। ਇਹ ਸਾਡੇ ਹੈਗੇ ਤੇ ਅਸੀਂ ਦੇਖਿਆ ਤੇ ਇੱਥੇ ਮਾਸਟਰ ਤਾਰਾ ਸਿੰਘ ਜੀ ਆਏ, ਪੇਸ਼ ਹੋਏ, ਦੂਜੇ ਲੀਡਰ ਵੀ ਪੇਸ਼ ਹੁੰਦੇ ਰਹੇ ਤੇ ਤਖਤ ਸਾਹਿਬ ਦਾ ਸਨਮਾਨ ਮੈਂ ਦੇਖਿਆ ਕਿ ਪੁਰਾਣੇ ਲੀਡਰਾਂ ਦੇ ਵਿੱਚ ਕਰਨ ਦੀ ਕਿਤੇ ਜਿਹੜੀ ਗੱਲ ਸੀ ਉਹਨੂੰ ਸਿਰ ਝੁਕਾ ਜਾਂਦੇ ਸਨ ਤੇ ਸਿਰ ਝੁਕਾ ਕੇ ਆਪਣੀ ਗਲਤੀ ਦੀ ਸੁਧਾਈ ਕਰਾ ਕੇ ਫਿਰ ਆਪਣੀ ਜ਼ਿੰਮੇਵਾਰੀ ਵਾਸਤੇ ਤਤਪਰ ਹੋ ਜਾਂਦੇ ਸੀ। ਅੱਛਾ ਗਿਆਨੀ ਜੀ, ਮੈਨੂੰ ਇਹ ਜ਼ਰੂਰ ਦੱਸਿਓ ਕਿਉਂਕਿ ਉਸ ਵੇਲੇ ਜਥੇਦਾਰ ਗੁਰਚਰਨ ਸਿੰਘ ਟੋੜਾ ਪ੍ਰਧਾਨ ਸੀਗੇ ਔਰ ਹਾਂਜੀ ਜੇਲ੍ਹ ਵਿੱਚ ਸਾਂਝੀ ਉਹਨਾਂ ਜਗ੍ਹਾ ਤੇ ਜਹਦਰ ਉਜਾਗਰ ਸਿੰਘ ਰਵੇਟਾ ਜੀ ਜਿਹੜੇ ਸਨ ਐਕਟਿੰਗ ਪ੍ਰਧਾਨ ਸਨ। ਅੱਛਾ, ਲੇਕਿਨ ਉਦੋਂ ਜਿਹੜੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਹੁੰਦੇ ਸੀ ਉਹਨਾਂ ਦੀ ਕਿੰਨੀ ਕੁ ਦਖਲਅੰਦਾਜ਼ੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਲੈਣ ਤੋਂ ਪਹਿਲਾਂ ਮੰਨੀ ਜਾਂਦੀ ਸੀ? ਕੋਈ ਸਿਆਸੀ ਥੋੜਾ ਜਿਹਾ ਵੀ ਝੁਕਾਅ ਹੁੰਦਾ ਸੀ ਕਿ ਇਹ ਬੰਦਾ ਹਿੱਤ ਵਿੱਚ ਹੈ, ਖਿਲਾਫ ਹੈ, ਇਹਨੂੰ ਸਜ਼ਾ ਲਾਉਣੀ ਹੈ, ਇਹਨੂੰ ਨਹੀਂ ਲਾਉਣੀ? ਕਿਉਂਕਿ ਅਕਸਰ ਇਹ ਇਲਜ਼ਾਮ ਆਉਂਦਾ ਰਿਹਾ ਕਿ ਤਖਤ ਸਾਹਿਬਾਨ ਦੇ ਉੱਤੇ ਵੀ ਸ਼੍ਰੋਮਣੀ ਕਮੇਟੀ ਦੇ ਰਾਹੀਂ ਜਿਹੜੀ ਵੀ ਕਾਬਜ਼ ਧਿਰਾ ਉਹ ਆਪਣੀ ਗੱਲ ਮਨਵਾ ਲੈਂਦੀ ਰਹੀ ਆ ਤੇ ਇਸੇ ਕਰਕੇ ਕਈ ਫੈਸਲੇ ਪੱਖਪਾਤੀ ਵੀ ਹੁੰਦੇ ਰਹੇ ਆ। ਬਰਨਾਲਾ ਦੇ ਵੇਲੇ ਵੀ ਤੁਹਾਡੇ ਤੇ ਕੋਈ ਅਸਰ ਸੀਗਾ ਜਾਂ ਬਾਹਰੋਂ ਕੋਈ ਮਾੜਾ ਮੋਟਾ ਅਸਰ ਸੀ? ਨਹੀਂ ਦੱਸਣ ਤੇ ਮੈਂ ਉਸ ਮੌਕੇ ਕੋਈ ਅਸਰ ਨਹੀਂ ਦੇਖਿਆ ਜੀ, ਸਾਨੂੰ ਕਿਸੇ ਦਾ ਕੋਈ ਪ੍ਰਭਾਵ ਨਹੀਂ ਸੀ। ਪ੍ਰੋਫੈਸਰ ਦਰਸ਼ਨ ਸਿੰਘ ਜੀ ਵੈਸੇ ਵੀ ਸੱਚੇ ਸਾਹਿਬ ਦੀ ਕਿਰਪਾ ਨਾਲ ਪ੍ਰਭਾਵ ਸੀ ਸਨ, ਉਹਨਾਂ ਦੇ ਅੰਦਰ ਜਿਹੜਾ ਸੀ ਤੇ ਅਸੀਂ ਨਹੀਂ ਕਿਸੇ ਦਾ ਪ੍ਰਭਾਵ, ਅਸੀਂ ਤੇ ਗਏ ਗੁਰੂ ਪੰਥ ਦੀ ਸੇਵਾ ਵਾਸਤੇ ਸੀ ਕਿ ਸਾਨੂੰ ਤੇ ਸੰਗਤ ਦੀਆਂ ਸੀਸਾਂ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਸੀ। 84 ਵਿੱਚ ਜਲੰਧਰ ਸੀ, ਉੱਥੇ ਸਭ ਤੋਂ ਪਹਿਲਾਂ ਰੋਸ ਮਾਰਚ ਅਸੀਂ ਜਲੰਧਰ 8 ਜੂਨ 1984 ਪਹਿਲਾ ਰੋਸ ਮਾਰਚ ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਅਸੀਂ ਕੀਤਾ ਸੀ। ਉਹ ਸੰਗਤ ਕਹਿੰਦੀ ਹੁੰਦੀ ਭਾਈ ਸਾਹਿਬ ਇੱਥੇ ਨਹੀਂ ਤੁਸੀਂ ਅਕਾਲ ਤਖਤ ਤੇ ਜਾਈਏ ਤੇ ਦਾਸ ਤੇ ਉਸ ਭਾਵਨਾ ਨਾਲ ਹੀ ਸ਼੍ਰੀ ਅਕਾਲ ਤਖਤ ਤੇ ਪਹੁੰਚੇ ਸੀ। ਉਦੋਂ ਕੋਈ ਦਖਲ ਨਹੀਂ ਸੀ ਹੈਗਾ ਜੀ, ਕਿਸੇ ਪ੍ਰਕਾਰ ਦਾ ਕੋਈ ਦਬਾਅ ਨਹੀਂ ਸੀ, ਕੋਈ ਸਾਡੇ ਤੇ ਨਹੀਂ ਸੀ ਕਹਿੰਦੇ ਤੁਸੀਂ ਆਹ ਕੰਮ ਇੰਜ ਨਹੀਂ ਕਰਨਾ, ਇੰਜ ਕਰਨਾ ਹੈ, ਫੈਸਲਾ ਇੰਜ ਨਹੀਂ ਕਰਨਾ, ਇੰਜ ਕਰਨਾ। ਇਹਦੇ ਦੇਖੇ ਜਿਹੜੀ ਗੱਲ ਅਸੀਂ ਇਹ ਗੱਲ ਨੂੰ ਮੰਨ ਕੇ ਚੱਲਦੇ ਹਾਂ, ਸਮੇਂ ਗੱਲਾਂ ਸੁਣਨ ਵਾਸਤੇ ਆਈਆਂ ਵੀ ਜੀ। ਹਾਂਜੀ, 84 ਤੋਂ ਪਹਿਲਾਂ ਵੀ ਆਉਂਦੀਆਂ ਰਹੀਆਂ ਨੇ। ਇਹ ਜਿਹੜਾ ਦਬਾਅ ਹੈ, ਪ੍ਰਭਾਵ ਹੈ, ਨਾਲ ਨਾਲ ਚੱਲਦਾ ਰਿਹਾ, ਕਿਤੇ ਨਾ ਕਿਤੇ ਆਪਣੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਜਾਂ ਕਿਸੇ ਨੂੰ ਅਸਤੀਫਾ ਲੈਣਾ ਤਾਂ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ ਰਿਹਾ। ਇਹ ਗੱਲਾਂ ਪ੍ਰਚਲਿਤ ਰਹੀਆਂ ਨੇ, ਪਰ ਅਸੀਂ ਜੋ ਸਾਡਾ ਅਨੁਭਵ ਹੈ, ਜੋ 2 ਸਾਲ ਦਾਸ ਉੱਥੇ ਹਰਗੰਤੀ ਸੇਵਾ ਕੀਤੀ ਹੈ,
ਉਦੋਂ ਤੇ ਹਾਲਾਤ ਵੀ ਬੜੇ ਅਜੀਬੋ ਗਰੀਬ ਸਨ ਕਿ ਉਸ ਸਮੇਂ ਪੈਰਲਲ ਦੋ ਜਥੇਦਾਰ ਚੱਲਦੇ ਸਨ। ਮਿਸਾਲ ਦੇ ਤੌਰ ਤੇ ਇੱਕ ਸੰਪਰਦਾਇਆਂ ਵੱਲੋਂ ਹੁੰਦਾ ਸੀ, ਇੱਕ ਸ਼੍ਰੋਮਣੀ ਕਮੇਟੀ ਵੱਲੋਂ ਹੁੰਦਾ ਸੀ। ਇਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ 2 ਹੈਡਗੰਥੀ ਸਨ, ਇੱਕ ਦਾਸ ਸੀ, ਤੇ ਇਸ ਤਰ੍ਹਾਂ ਕਰਕੇ ਦੂਜੇ ਜਿਹੜੇ ਸੰਪਰਦਾ ਵੱਲੋਂ ਜਿਹੜੇ ਹੈਡਗੰਥੀ ਸਨ ਉਹ ਉੱਥੇ ਨਾਲ ਹੋਇਆ ਕਰਦੇ ਸਨ। ਪਰ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਦੇਖਿਆ ਕਿ ਦਾਸ ਜੀ ਉੱਥੇ ਗਿਆ ਸੀ ਤਾਂ ਜਿਹੜਾ ਸੰਪਰਦਾਈ ਜਿਹੜੇ ਹੈਡਗੰਥੀ ਨਿਯੁਕਤ ਸਨ ਉਹਨਾਂ ਦਾਸ ਨੂੰ ਸੁਨੇਹਾ ਭੇਜਿਆ ਭਾਈ ਕਸ਼ਮੀਰਾ ਸਿੰਘ ਜੀ ਨੇ ਕਿ ਭਾਈ ਸਾਹਿਬ ਤੁਸੀਂ ਸੇਵਾ ਕਰੋ, ਤੁਹਾਡੀ ਸੇਵਾ ਤੇ ਤੁਹਾਨੂੰ ਮਾਣ ਹੈ, ਮੇਰਾ ਕੋਈ ਦਖਲ ਨਹੀਂ ਹੋਏਗਾ। ਇਸ ਕਾਰਨ ਕਰਕੇ ਅਸੀਂ ਉਸ ਸਮੇਂ ਕੋਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਜਾਂ ਕਿਸੇ ਹੋਰ ਅਹੁਦੇ ਸਿਆਸੀ ਅਹੁਦੇਦਾਰ ਦਾ ਉਸ ਸਮੇਂ ਇਹੋ ਜਿਹੇ ਵਰਤਾਰੇ ਵਿੱਚ ਕੋਈ ਦਖਲ ਅਸੀਂ ਦਾਸ ਦੇ ਸਾਹਮਣੇ ਬਿਲਕੁਲ ਨਹੀਂ ਆਇਆ। ਬੜਾ ਅੰਦਰ ਪਏ ਹੋ ਕੇ ਫੈਸਲੇ ਕਰਨ ਦਾ ਮੌਕਾ ਹੁੰਦਾ ਸੀ ਤਾਂ ਕੀਤੇ ਜਾਂਦੇ ਸਨ। ਤੇ ਉਸ ਪ੍ਰੋਫੈਸਰ ਸਾਹਿਬ ਜਿਹੜੇ ਸਨ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਆਪਣੀ ਜ਼ਿੰਮੇਵਾਰੀ ਜਿਹੜੀ ਨਿਭਾਉਣ ਦਾ ਯਤਨ ਕੀਤਾ। ਦਾਸ ਅਸੀਂ ਬਿਲਕੁਲ ਦ੍ਰਿੜਤਾ ਨਾਲ ਕੰਮ ਕੀਤਾ ਉਸ ਸਮੇਂ। ਸਿੰਘ ਸਾਹਿਬ, ਇਹ ਤਾਂ ਸਵਾਲ ਮੈਂ ਪੁੱਛਿਆ ਸੀ ਕਿ ਅਕਸਰ ਇਲਜ਼ਾਮ ਲੱਗਦਾ ਕਿ ਜਦੋਂ ਬੰਦੇ ਅੰਦਰ ਹੁੰਦੇ ਆ ਤੇ ਉਦੋਂ ਉਹਨਾਂ ਦਾ ਐਟੀਟਿਊਡ ਹੋਰ ਹੁੰਦਾ, ਕਹਿੰਦੇ ਸਭ ਠੀਕ ਹੈ, ਤੇ ਜਦੋਂ ਬਾਹਰ ਆਉਂਦੇ ਆ, ਕਿਉਂਕਿ ਤੁਸੀਂ ਵੀ ਕਾਫੀ ਦੇਰ ਤੋਂ ਸਟਰਗਲ ਕਰ ਰਹੇ ਹੋ ਕਿ ਪੰਥਕ ਸੰਸਥਾਵਾਂ ਦਾ ਮਾਣ ਮਰਿਆਦਾ, ਇਹਨਾਂ ਦੀ ਸਿਧਾਂਤਕ ਪਹਿਲੂ ਉਜਾਗਰ ਹੋਣ, ਉਸੇ ਤਰੀਕੇ ਨਾਲ ਕੰਮ ਕਰਨ ਜਿਵੇਂ ਰਵਾਇਤੀ ਤੌਰ ਤੇ ਕਰਦੀਆਂ ਸੀ, ਔਰ ਤੁਸੀਂ ਇੱਕ ਲੰਬੇ ਯੁੱਧ 'ਚ ਪਏ ਹੋਏ ਹੋ। ਹੁਣ ਜੇ ਮੈਂ ਮੁੜ ਕੇ ਉਸ ਸਵਾਲ ਤੇ ਆਵਾਂ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਟੌੜਾ ਸਾਹਿਬ ਨੇ ਤੁਹਾਨੂੰ ਉਦੋਂ ਸੱਦਿਆ, 93 ਦੀ ਸ਼ਾਇਦ ਤੁਸੀਂ ਗੱਲ ਕਰ ਰਹੇ ਹੋ, ਜਦੋਂ ਤੁਹਾਨੂੰ ਮੁੜ ਕੇ 93 ਵਿੱਚ ਜੀ ਉਦਾਸ ਉਦੋਂ ਗਿਆਨੀ ਹਾਕਮ ਸਿੰਘ ਸਨ ਦਮਦਮਾ ਸਾਹਿਬ ਦੇ ਜਥੇਦਾਰ ਜੀ। ਅੱਛਾ। ਤੇ ਉਹ ਅਕਾਲ ਚਲਾਣਾ ਕਰ ਗਏ ਸਨ ਤੇ ਉਹਨਾਂ ਤੋਂ ਬਾਅਦ ਫਿਰ ਜਿਹੜੀ ਸੇਵਾ ਸੀ ਤਖਤ ਦਮਦਮਾ ਸਾਹਿਬ ਦੀ ਤੇ ਉਹ ਦਾਸ ਨੂੰ ਜਿਹੜੀ ਸੀ ਇਹਨਾਂ ਨੇ ਘਰੇ ਪ੍ਰੋਫੈਸਰ ਮਨਜੀਤ ਸਿੰਘ ਜੀ ਆਏ ਸਨ ਤੇ ਉਹ ਆ ਕੇ ਕਹਿੰਦੇ ਟੌੜਾ ਜੀ ਕਹਿੰਦੇ ਨੇ ਕਿ ਤੁਸੀਂ ਉੱਥੋਂ ਦੀ ਸੇਵਾ ਸੰਭਾਲੋ। तो फिर दास ने फिर तख्त दमदमा साहब की सेवा जी वो मौके स्वीकार की। हालांकि उत्थे मेरा विरोध भी बहुत होया कि माझे का बंदा है, इत्थे नहीं आना चाहिए, बड़े जिम्मेवार ने विरोध भी किया, पर टौड़ा जी अड़े रहे। मैं टौड़ा जी ने कहा भी तुसीं मालवे का बंदा ला लो, तुसीं मैनूं छड्ड दिओ, ते नहीं कहंदे तां सेवा तुहाडे कोल लैणी है तो तुसीं सेवा करनी। उन्होंने देखो असीं कोई पदवी वास्ते गए नहीं, उन्होंने पहला भी जे सेवा मिली तां भी गुरु जी ने आवाज़ मार के दित्ती, ते दोबारा भी सेवा मिली तभी गुरु जी ने आवाज मार के सेवा जी है जिथे थोड़ा जी मर्यादा समझते सन और मर्यादा नाल खड़े होंगे सन ते मर्यादा की वो आप भी प्रचार करते सन ते वो चाहते भी सन कि जो तख्तां के सेवादार ने या प्रचारक श्रोमणी कमेटी ने ये सारे सिख रहत मर्यादा का गुरु ग्रंथ साहब के अदब सत्कार का डट के प्रचार करन ताकि कौम की जी निर्मल न्यारी होंद है ये पहरेदारी की जा सके। सो उस मौके इन हालातों के उन्होंने बड़ा मान देंदे होए दोबारा सेवा ते दास नूं आवाज़ मार के दमदमा साहब की सेवादारी जी सी ਉਹਦੇ ਵਾਸਤੇ ਆਵਾਜ਼ ਮਾਰੀ ਸੀ। ਗਿਆਨੀ ਜੀ ਸਵਾਲ ਅਹਿਮ ਆ ਕਿ ਜਦੋਂ ਤੁਸੀਂ ਮਾਝੇ ਚੋਂ ਮਾਲਵੇ ਵੱਲ ਜਾਂਦੇ ਹੋ ਤੇ ਉਦੋਂ ਮਾਲਵੇ ਦੀਆਂ ਦੋ ਸਿਆਸਤਾਂ ਟਕਰਾਉਂਦੀਆਂ, ਟੌੜਾ ਤੇ ਬਾਦਲ ਭਾਵੇਂ ਇਕੱਠੇ ਤੁਰਦੇ ਸੀ ਲੇਕਿਨ ਦੋਨਾਂ ਦੇ ਅੰਦਰਲੀ ਹਉਮੈ ਜਾਂ ਦੋਨਾਂ ਦੇ ਸਿਆਸੀ ਹਿੱਤ ਜਿਹੜੇ ਆ ਉਹ ਟਕਰਾਉਂਦੇ ਰਹਿੰਦੇ ਸੀ ਔਰ ਕਿਤੇ ਨਾ ਕਿਤੇ ਛੋਟੇ ਇਖਤਲਾਫਾਤ ਪੈਦਾ ਹੁੰਦੇ ਰਹਿੰਦੇ ਸੀ। ਦੋਵਾਂ ਦੇ ਆਪਣੇ ਪੈਰੋਕਾਰ ਸੀ, ਦੋਵਾਂ ਦੇ ਆਪਣੇ ਲੀਡਰ ਸੀ। ਇੱਕ ਸਮਾਤੋਲ ਬਣਾਉਣ ਲਈ ਦੋ ਸੰਸਥਾਵਾਂ ਸੀ, ਇੱਕ ਮੁੱਖ ਮੰਤਰੀ ਵਾਲਾ ਅਹੁਦਾ ਤੇ ਦੂਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵਾਲਾ। ਲੇਕਿਨ ਤਖਤਾਂ ਦੇ ਜਥੇਦਾਰਾਂ ਦੇ ਮਾਮਲੇ 'ਚ ਦੋਵਾਂ ਦੀ ਹਮੇਸ਼ਾ ਇੱਕ ਸੁਰਤਾ ਬਹੁਤੀ ਰਹੀ ਨਹੀਂ ਤੇ ਤੁਸੀਂ ਜਦੋਂ ਮਾਲਵੇ 'ਚ ਜਾਂਦੇ ਹੋ ਤੇ ਤੁਸੀਂ ਬਾਦਲਾਂ ਦੇ ਗੜ੍ਹ 'ਚ ਚਲੇ ਜਾਂਦੇ ਹੋ, ਉੱਥੇ ਫਿਰ ਕਿਸ ਤਰ੍ਹਾਂ ਦੀਆਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਸੀਗਾ? ਉੱਥੇ ਦੀ ਜਿਹੜੀ ਕਾਰਜਸ਼ੈਲੀ, ਤੌਰ ਤਰੀਕੇ, ਲੋਕਾਂ ਦੇ ਜਥੇਦਾਰਾਂ ਦੀ ਆਮਦ ਤੇ ਬਾਕੀ ਸਾਰਾ ਕੁਝ, ਉਹ ਉਦੋਂ ਦੇ ਜਿਹੜੇ ਮਾਹੌਲ ਸੀ, ਉਹ ਸਿਆਸਤਾਂ ਦੀ ਕਸ਼ੀਦਗੀ, ਉਹ ਸਿਆਸਤਾਂ ਦੇ ਅੰਦਰ ਦੀ ਤਲਖੀ ਜਾਂ ਆਪਣਾਪਣ, ਉਹ ਕਿੱਦਾਂ ਮਹਿਸੂਸ ਕੀਤਾ ਕਿਉਂਕਿ ਤੁਸੀਂ ਪਿੰਡੇ ਤੇ ਹੰਢਾ ਕੇ ਆਏ ਹੋ? ਪਹਿਲੀ ਗੱਲ ਤੇ ਦੂਜੀ ਜਿਹੜੀ ਗੱਲ ਕਹਿਣੀ ਚਾਹੁੰਦੇ, ਉਹ ਸਮਾਂ ਇਹੋ ਜਿਹਾ ਸੀ ਕਿ ਜੋ ਤਖਤ ਦਮਦਮਾ ਸਾਹਿਬ ਦਾ ਇਤਿਹਾਸ ਵਿੱਚ ਨਾਂ ਤੇ ਹੈਗਾ, ਸ਼੍ਰੋਮਣੀ ਕਮੇਟੀ ਦੇ ਵਿੱਚ ਨਾ ਹੈਗਾ ਕਿ ਉਹ ਸਾਡਾ ਤਖਤ ਹੈ, ਪਰ ਉਹ ਤਖਤ ਦੀ ਜਿਹੜੀ ਗਰਮਾ ਸੀ, ਤਖਤ ਦਾ ਜਿਹੜਾ ਗੌਰਵ ਸੀ, ਤਖਤ ਦੀ ਜਿਹੜੀ ਸੰਗਤ ਦੀ ਜਾਣ ਪਛਾਣ ਸੀ, ਤਖਤ ਦੀ ਜਿਹੜੀ ਕਾਰਜਸ਼ੈਲੀ ਸੀ, ਉਹ ਮੈਂ ਜਾ ਕੁਝ ਮਹਿਸੂਸ ਕੀਤਾ ਸੀ ਕਿ ਉਹਦੇ ਵਾਲੇ ਪਾਸੇ ਬਿਲਕੁਲ ਬੇਧਿਆਨੀ, ਉੱਥੋਂ ਦੇ ਪ੍ਰਬੰਧ ਵਾਲੇ ਪਾਸੇ, ਉੱਥੋਂ ਦੀਆਂ ਸਰਗਰਮੀਆਂ ਵਾਲੇ ਪਾਸੇ, ਉੱਥੋਂ ਦੇ ਇਤਿਹਾਸਕ ਮਹੱਤਵ ਵਾਲੇ ਪਾਸੇ, ਉੱਥੋਂ ਦੀਆਂ ਜੋ ਜ਼ਿੰਮੇਵਾਰੀਆਂ ਨੂੰ ਖੜਿਆ ਕਰਕੇ ਕੌਮ ਦੇ ਵਿੱਚ ਉਸ ਥਾਂ ਦੀ ਮਹੱਤਤਾ ਨੂੰ ਉਜਾਗਰ ਕਰਨਾ, ਉੱਥੋਂ ਦੀ ਜਿਹੜੀ ਗੁਰੂ ਪਾਤਸ਼ਾਹ ਦੀ ਗੁਰੂ ਕਾਂਸ਼ੀ ਦੇ ਬਚਨ ਕਹੇ ਹੋਏ ਨੇ ਉਹਦੇ ਮੁਤਾਬਕ ਉੱਥੇ ਸੋਚ ਕੇ ਕੰਮ ਕਰਨਾ, ਇਸ ਤਰ੍ਹਾਂ ਦੇ ਉੱਥੇ ਦਾਸ ਨੇ ਕੁਝ ਵੀ ਨਹੀਂ ਦੇਖਿਆ। ਉੱਥੇ ਤੇ ਬਿਲਕੁਲ ਜਦੋਂ ਗਏ ਆ ਤੇ ਬਿਲਕੁਲ ਖਾਲੀਪਨ ਸਾਨੂੰ ਮਿਲਿਆ ਉੱਥੇ, ਨਾ ਉੱਥੇ ਰਹਿਣ ਲਈ ਕੋਈ ਕਮਰਾ, ਨਾ ਕੋਈ ਲੰਗਰ, ਨਾ ਉੱਥੇ ਸੰਗਤ ਦੀ ਆਮਦ, ਕੁਝ ਵੀ ਨਹੀਂ ਸੀ। ਉਹਨਾਂ ਦਿਨਾਂ ਦੇ ਹਾਲਾਤ ਇਹ ਸਨ ਕਿ ਉੱਥੇ ਸਿਰਫ 32,000 ਰੁਪਇਆ ਮਹੀਨੇ ਦੀ ਉਸ ਨੂੰ ਗੋਲਕ ਸੀ ਤੇ 62,000 ਰੁਪਇਆ ਤਨਖਾਹ ਹੋਇਆ ਕਰਦੀ ਸੀ ਤੇ ਇਹਨਾਂ ਹਾਲਾਤਾਂ ਦੇ ਵਿੱਚ ਉੱਥੇ ਕੋਈ ਕਿਸੇ ਪ੍ਰਕਾਰ ਦੀ ਕੋਈ ਸਰਗਰਮੀ ਨਹੀਂ ਸੀ ਹੈਗੀ ਉੱਥੇ। ਦਾਸ ਉੱਥੇ ਗਿਆ
ਤੇ ਉੱਥੇ ਜਾਣ ਤੋਂ ਬਾਅਦ ਸਰਗਰਮੀਆਂ ਉੱਥੇ ਸ਼ੁਰੂ ਕੀਤੀਆਂ। ਥੋੜਾ ਜੀ ਦੇ ਨਾਲ ਸਲਾਹ ਮਸ਼ਵਰਾ ਕਰਕੇ ਤੇ ਇੱਥੋਂ ਦੇ ਬਾਰੇ ਕੁਝ ਸੋਚੋ। ਇਹਦੇ ਕੋਈ ਸਰਗਰਮੀਆਂ ਤੋਂ ਬਗੈਰ ਤਖਤ ਦਾ ਲੋਕਾਂ ਨੂੰ ਨਾ ਜਾਣਾ ਚਾਹੀਦਾ ਹੈ, ਮਹੱਤਵ ਉਜਾਗਰ ਹੋਣਾ ਚਾਹੀਦਾ ਹੈ, ਇਹਦੇ ਬਾਰੇ ਕੰਮ ਕਰਨਾ ਚਾਹੀਦਾ ਹੈ। ਜਾਂ ਜੀ ਫਿਰ ਉਹਨਾਂ ਨੇ ਸਹਿਯੋਗ ਜਿਵੇਂ ਜਿਵੇਂ ਦਾਸ ਕਹਿੰਦਾ ਗਿਆ ਤਿਵੇਂ ਤਿਵੇਂ ਉਹਨਾਂ ਨੇ ਸਹਿਯੋਗ ਦਿੱਤਾ। ਉੱਥੇ ਕਥਾਵਾਚਕ ਨਹੀਂ ਸੀ, ਕਥਾਵਾਚਕ ਲਾਏ ਪੰਜ ਸਿੰਘ ਅਮਰ ਸੰਚਾਰ ਵਾਲੇ ਨੇ ਸਮੂਹ ਭਰਤੀ ਕੀਤੇ। ਸਰਾਂ ਦਾ ਨੀਂਹ ਪੱਥਰ ਰੱਖ ਕੇ ਸੰਗਤ ਕੋਲ ਪੈਸੇ ਇਕੱਠੇ ਕਰਕੇ ਸਰਾਂ ਉੱਤੇ ਬਣਾਈ, ਲੰਗਰ ਸ਼ੁਰੂ ਕੀਤਾ। ਉੱਥੋਂ ਦੀ ਹਰ ਮਹੀਨੇ ਦੇ ਮਹੀਨੇ ਬਾਹਰੋਂ ਸੰਗਤਾਂ ਨੂੰ ਸੱਦ ਕੇ 15 ਮਹੀਨੇ ਬਾਅਦ ਦੀਵਾਨ ਕਰਨੇ ਸ਼ੁਰੂ ਕੀਤੇ। ਤਾਂ ਲੋਕਾਂ ਨੂੰ ਤਖਤ ਬਾਰੇ ਪਤਾ ਲੱਗਾ। ਉੱਥੇ ਦੇ ਲੋਕੀ ਬੁੰਗਾ ਮਸਤੂਆਣਾ ਨੂੰ ਜਾਣਦੇ ਸਨ ਤੇ ਤਖਤ ਦਮਦਮਾ ਸਾਹਿਬ ਨੂੰ ਮਾਲਵਾ ਵੀ ਨਹੀਂ ਜਾਣਦਾ। ਅੱਛਾ, ਬਾਕੀ ਦੀਆਂ ਗੱਲਾਂ ਤਾਂ ਦੂਰ ਦੀਆਂ ਨੇ। ਮਾਲਵੇ ਦਾ ਪੂਰਾ ਇਲਾਕਾ ਜਿਹੜਾ ਸੀ ਨਾ, ਮੈਂ ਪਿੰਡਾਂ 'ਚ ਜਾ ਕੇ ਦੇਖਿਆ, ਬੁੰਗਾ ਮਸਤੂਆਣਾ ਜਾਣਾ ਜੀ, ਕਣਕ ਉੱਥੇ ਦੇ ਕੇ ਆਣੀ ਜੀ, ਬੁੰਗਾ ਮਸਤੂਆਣੇ। ਉਹ ਬੁੰਗਾ ਮਸਤੂਆਣਾ ਤੇ ਪ੍ਰਚਲਿਤ ਸੀ, ਪਰ ਤਖਤ ਦਮਦਮਾ ਸਾਹਿਬ ਜਿਹੜੀ ਗੱਲ ਸੀ ਨਾ, ਉਹਦੇ ਬਾਰੇ ਕੋਈ ਬੋਲਦੇ ਨਹੀਂ ਸੀ, ਕੋਈ ਕਰਦੇ ਨਹੀਂ ਸੀ, ਕੋਈ ਆਉਂਦਾ ਨਹੀਂ ਸੀ, ਕੋਈ ਸਰਗਰਮੀ ਨਹੀਂ ਸੀ। ਬਸ ਜਿੰਨੇ ਕਿ ਆ ਗਏ ਉੱਥੇ ਮੱਸਿਆ ਦਾ ਮੇਲਾ ਲੱਗਿਆ, 4 ਬੰਦੇ ਆਏ, ਦੇਗ ਵੰਡੀ ਤੇ ਘਰਾਂ ਨੂੰ ਚਲ ਗਏ। ਉੱਥੇ ਬਿਲਕੁਲ ਐਨ ਉਦਾਸੀ ਸ਼ਾਹੀ ਹੁੰਦੀ ਸੀ, ਨਾ ਹਰਿਆਵਲ ਨਾ ਕੁਝ। ਇਹ ਤਾਂ ਗੁਰੂ ਨੇ ਤੇ ਆਪ ਹੱਥੀਂ ਫਿਰ ਸੇਵਾ ਲਈ। ਅਸੀਂ ਤੇ ਬੂਟੇ ਵੀ ਲਾਏ, ਕੰਮ ਵੀ ਕੀਤਾ, ਸਰਾਵਾਂ ਜੋ ਸਾਰੀ ਕੀਤੀ। ਗਊਸ਼ਾਲਾ ਉੱਥੇ ਸੀ ਬਿਲਕੁਲ ਬੂਹੇ ਦੇ ਅੱਗੇ, ਉਹਦੀ ਜਗ੍ਹਾ ਬਦਲੀ ਕਰਕੇ ਉਹਦੀ ਥਾਂ ਤੇ ਅਸੀਂ ਉੱਥੇ ਪਾਰਕ ਬਣਾਉਣ ਦੀ ਗੱਲ ਕੀਤੀ, ਦੂਜੀਆਂ ਬਿਲਡਿੰਗਾਂ ਬਣਾਉਣ ਦੀ ਗੱਲ ਕੀਤੀ। ਤਾਂ ਜਾ ਕੇ ਉੱਥੇ ਜਾ ਕੇ ਫਿਰ ਚੌੜਾ ਜੀ ਨੂੰ ਕਹਿ ਕੇ ਲੜਕੀਆਂ ਦਾ ਕਾਲਜ ਬਣਾਇਆ। ਉੱਥੇ ਮਾਤਾ ਸਾਹਿਬ ਕੋਲ ਕਾਲਜ ਜਿਹੜਾ ਸੀ 14 ਏਕੜ ਜ਼ਮੀਨ ਲੈ ਕੇ 50 ਲੱਖ ਰੁਪਏ ਸ਼੍ਰੋਮਣੀ ਕਮੇਟੀ ਕੋਲ ਲੈ ਕੇ ਉਹ ਲੜਕੀਆਂ ਦਾ ਕਾਲਜ ਉੱਥੇ ਸ਼ੁਰੂ ਕਰਵਾਇਆ। ਇਸ ਤਰ੍ਹਾਂ ਕਰਕੇ ਬੀਬੀ ਭੱਠਲ ਨੂੰ ਕਿਹਾ ਕਿ ਤੂੰ ਇੱਥੇ ਯੂਨੀਵਰਸਿਟੀ ਬਣਾ ਦੇ, ਇੰਜੀਨੀਅਰਿੰਗ ਸੈਂਟਰ ਹੈਗਾ। ਜੋ ਸਾਡੇ ਕੋਲ ਵਾਹ ਹੋ ਸਕਿਆ ਉਹਨੂੰ ਐਜੂਕੇਸ਼ਨ ਦੇ ਤੌਰ ਤੇ ਉੱਥੇ ਬਹੁਤ ਕੰਮ ਕਰਨ ਦਾ ਮੌਕਾ ਮਿਲਿਆ। ਵਿਦਿਅਕ ਸੰਸਥਾਵਾਂ ਨਾਲ ਕੰਮ ਕੀਤਾ ਤਾਂ ਕਿ ਉਹ ਜਿਹੜੀ ਧਰਤੀ ਗੁਰੂ ਦੀ ਸੋਚ ਵਾਲੀ ਧਰਤੀ ਹੈ, ਉਹਨੂੰ ਉਸੇ ਤਰ੍ਹਾਂ ਉਸੇ ਰੂਪ ਦੇ ਵਿੱਚ ਉਜਾਗਰ ਕੀਤਾ ਜਾ ਸਕੇ। ਸਿੰਘ ਸਾਹਿਬ, ਪਰਮਾਤਮਾ ਦੀ ਜੀ ਸਿੰਘ ਸਾਹਿਬ, ਵਾਕਈ ਪਰਮਾਤਮਾ ਦੀ ਬੜੀ ਕਿਰਪਾ ਹੋਈ ਤੁਹਾਡੇ ਤੇ। ਲੇਕਿਨ ਆਮ ਹੀ ਇਹ ਧਾਰਨਾ ਹੈ ਕਿ ਬਾਦਲਕਿਆਂ ਦੀ ਅਪਰੋਚ ਇਹ ਹੁੰਦੀ ਹੈ, ਜੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਸੈਂਟਰਲ ਯੂਨੀਵਰਸਿਟੀ ਮਿਲਦੀ ਹੈ ਤੇ ਬਠਿੰਡੇ ਲੈ ਜਾਓ, ਜੇਕਰ ਏਮਸ ਦੀ ਗੱਲ ਹੁੰਦੀ ਹੈ ਤੇ ਉਹ ਵੀ ਬਠਿੰਡੇ ਦੀਆਂ ਜੂਹਾਂ 'ਚ ਲੈ ਜਾਓ। ਲੇਕਿਨ ਇਹਦਾ ਮਤਲਬ ਹੈ ਕਿ ਉਦੋਂ ਧਾਰਮਿਕ ਤੌਰ ਤੇ, ਅਧਿਆਤਮਿਕ ਤੌਰ ਤੇ ਇਸ ਪਰਿਵਾਰ ਦੀ ਇੰਨੀ ਖਿੱਚ ਨਹੀਂ ਸੀ ਜਿਹੜੀ ਇਹ ਨਹੀਂ ਬਿਲਕੁਲ ਨਹੀਂ ਸੀ ਹੈਗੀ। ਦੇਖੋ ਗੱਲ ਹੈ ਕਿ ਮੈਂ ਜਿਹੜੀ ਚੀਜ਼ ਹੈ, ਇਹ ਅੱਜ ਜਦੋਂ ਅਸੀਂ ਬਾਦਲ ਪਰਿਵਾਰ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਅਸੀਂ ਨਾਨਕਸਰੀਆਂ ਦੇ ਨਾਲ ਜੋੜ ਕੇ ਗੱਲ ਕਰਦੇ ਹਾਂ। ਅੱਛਾ, ਹਾਂਜੀ, ਤੇ ਉਸ ਉਹਦਾ ਦੌਰ ਸੀ, ਉਦੋਂ ਬਾਦਲ ਪਰਿਵਾਰ ਨਾਨਕਸਰੀਆਂ ਦਾ ਪਰਿਵਾਰ ਨਹੀਂ ਸੀ ਹੈਗਾ ਤੇ ਪੰਥ ਦੇ ਪਰਿਵਾਰ ਕੋਈ ਰਹਿਤ ਮਰਜ਼ਾਦਾ ਦੇ ਮੁਤਾਬਕ ਕਿਤੇ ਦਖਲ ਹੀ ਨਹੀਂ ਸੀ ਹੈਗਾ। ਮੈਨੂੰ ਯਾਦ ਹੈ ਤੇ ਮੈਨੂੰ ਜੇ ਚੇਤਾ ਨਾ ਭੁੱਲਦਾ ਵੀ 80-81 ਵਿੱਚ ਦਾਸ ਚੰਡੀਗੜ੍ਹ ਹੁੰਦਾ ਸੀ ਤੇ ਉੱਥੇ ਆਪਣਾ 8 ਸੈਕਟਰ ਦੇ ਵਿੱਚ ਉਦੋਂ ਘਰ ਪੂਰੀ ਰਹਿਤ ਮਰਜ਼ਾਦਾ ਨਾਲ ਸਹਿਜ ਪਾਠ ਕਰਨ ਦਾ ਮੌਕਾ ਮਿਲਿਆ। ਸਾਹਮਣੇ ਇਹਨਾਂ ਦਾ ਘਰ ਹੁੰਦਾ ਸੀ। ਕਹਿਣ ਤੋਂ ਭਾਵ ਕਿ ਅੱਗੇ ਜਾ ਕੇ ਜਿਹੜਾ ਡੇਰਾ ਬਾਦਲ ਪ੍ਰਭਾਵਿਤ ਕਰ ਰਿਹਾ ਬਾਦਲ ਪਰਿਵਾਰ ਨੂੰ, ਅੱਗੇ ਜਾ ਕੇ ਕਰ ਰਿਹਾ। ਉਸ ਦੌਰ ਦੇ ਵਿੱਚ ਇਹ ਚੀਜ਼ਾਂ ਨਹੀਂ ਸਨ ਹੈਗੀਆਂ। ਅੱਜ ਸਾਡੇ ਸਾਹਮਣੇ ਜਿਹੜੀ ਨਵੀਂ ਚੀਜ਼ ਆਉਂਦੀ ਹੈ ਨਾ, ਅੱਜ ਚੌੜੇ ਹੋਣਾ ਦੇ ਬਰਾਬਰ ਤੇ ਬਾਦਲ ਜੀ ਨੇ ਕਦੀ ਸਾਡੇ ਸਾਹਮਣੇ ਅਸੀਂ ਦੇਖਿਆ ਸੀ ਕਿ ਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਦੇ ਵਿੱਚ ਇਹਨਾਂ ਨੇ ਕਦੀ ਝਾਕ ਕੇ ਵੀ ਨਹੀਂ ਦੇਖਿਆ ਕਿ ਚੌੜਾ ਜੀ ਜੋ ਕੁਝ ਕਰਦੇ ਸਨ ਆਪਣੀ ਜ਼ਮੀਰ ਦੀ ਆਵਾਜ਼ ਤੇ ਕਰਦੇ ਸਨ। ਉਹਨਾਂ ਜੋ ਕਰਨਾ ਹੁੰਦਾ ਸੀ ਉਹ ਖੁੱਲ੍ਹ ਕੇ ਕਰਿਆ ਕਰਦੇ ਸਨ। ਉਹਨਾਂ ਨੂੰ ਕੋਈ ਇਸ ਗੱਲ ਦੀ ਮੈਂ ਦੇਖੋ ਝਿਜਕ ਨਹੀਂ ਸੀ ਹੁੰਦੀ। ਉਹਨਾਂ ਬਿਲਕੁਲ ਉਹਨਾਂ ਦਾ ਆਪਣਾ ਸੁਭਾਅ ਵੀ ਇਸ ਤਰ੍ਹਾਂ ਦਾ ਸੀ ਤੇ ਉਹਨਾਂ ਦੇ ਕੋਈ ਹਾਂ ਬੰਦਾ ਉਹ ਸ਼ਨਾਖਤ ਕਰ ਲੈਂਦੇ ਸਨ ਕਿ ਕਿਹੜਾ ਬੰਦਾ ਯੋਗ ਹੈ, ਕਿਹੜਾ ਬੰਦਾ ਚਾਹੀਦਾ ਹੈ। ਬੰਦੇ ਦੀ ਸ਼ਨਾਖਤ ਕਰਕੇ ਸੇਵਾ ਦੇ ਦਿੰਦੇ ਸਨ ਤੇ ਮੁੜ ਕੇ ਉਹ ਆਪਣਾ ਸਹਿਯੋਗ ਦਿੰਦੇ ਸੀ। ਲੋਕੀ ਤੁਸੀਂ ਕੰਮ ਕਰੋ, ਇਹ ਸਾਡਾ ਨਾਲ ਤੁਹਾਡਾ ਸਹਿਯੋਗ ਹੈਗਾ। ਦਖਲਅੰਦਾਜ਼ੀ ਜਿਹੜੀ ਸੀ ਨਾ ਉਸ ਸਮੇਂ ਮੈਂ ਨਹੀਂ ਦੇਖਿਆ ਉੱਥੇ ਬਾਦਲ ਨੂੰ ਦਖਲ ਦਿੰਦੇ। ਮੈਂ ਇੱਕ ਵਾਕਿਆ ਤੁਹਾਨੂੰ ਦੱਸਦੇ ਹਾਂ। ਅਸੀਂ ਫੈਸਲਾ ਕੀਤਾ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਕਿ ਅਸੀਂ 1994 ਦੀ ਵਿਸਾਖੀ ਨੂੰ ਇੱਕ ਖਾਲਸਾ ਮਾਰਚ ਜਿਹੜਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਤੱਕ ਦਮਦਮਾ ਸਾਹਿਬ ਰੱਖਿਆ। ਅੱਛਾ, ਤੇ ਉਹ ਖਾਲਸਾ ਮਾਰਚ ਉੱਤੇ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਸਨ ਆਪ ਨਾਲ ਤੁਰ ਪਈਆਂ। ਕਿਸੇ ਵੀ ਜਾਣਾ, ਭਾਵੇਂ ਸਰਦਾਰ ਮਾਨ ਸੀ, ਤਲਵੰਡੀ ਸੀ, ਬਾਦਲ ਸਨ, ਥੋੜਾ ਜੀ ਸਾਰੇ ਨਾਲ ਤੁਰ ਪਏ। ਤੇ ਅਸੀਂ ਇੱਕ ਪਾਬੰਦੀ ਲਾ ਦਿੱਤੀ ਪ੍ਰੋਫੈਸਰ ਮਨਜੀਤ ਉਹਨਾਂ ਨੇ ਕਿ ਇਸ ਜਿਹੜਾ ਵੀ ਰਾਜਨੀਤਿਕ ਬੰਦਾ ਸ਼ਾਮਲ ਹੋ ਬੇਸ਼ੱਕ ਹੋ ਜਾਓ, ਪਰ ਇਹਦੇ ਵਿੱਚ ਕੋਈ ਰਾਜਨੀਤਿਕ ਜਿਹੜਾ ਨਾ ਇਹ ਭਾਸ਼ਣਬਾਜ਼ੀ ਕੋਈ ਨਹੀਂ ਕਰ ਸਕੇਗਾ। ਕੋਈ ਕਹੇ ਕਿ ਮੈਂ ਆਪਣੀ ਧੜੇ ਦੀ ਗੱਲ ਕਰਾਂ, ਦੂਜਾ ਕਹੇ ਮੈਂ ਆਪਣੀ ਧੜੇ ਦੀ ਗੱਲ ਕਰਾਂ। ਇਸ ਕਰਕੇ ਤੁਸੀਂ ਇਹਦੇ ਮੁਤਾਬਕ ਚਲਦੇ ਤੁਸੀਂ ਜਾਣਾ ਜੀ। ਤੇ ਜਦੋਂ ਮੁਖਤਸਰ ਸਾਹਿਬ ਪਹੁੰਚ ਗਏ, ਉੱਥੇ ਦੀਵਾਨ ਸੱਜ ਗਿਆ ਪ੍ਰਕਰਮਾਂ ਚ। ਉਹਦਾ ਸਰਦਾਰ ਬਾਦਲ ਮੈਨੂੰ ਕਹਿਣ ਲੱਗੇ ਕਿ ਮੈਂ ਇੱਥੇ ਪਾਣੀਆਂ ਦੇ ਮੁੱਦੇ ਤੇ ਬੋਲ ਲਵਾਂ। ਹਾਂਜੀ, ਮੈਂ ਕਿਹਾ ਨਹੀਂ ਜੀ, ਇਹ ਤੁਹਾਡੇ ਤੇ ਪਾਬੰਦੀ ਹੈ। ਇੱਥੇ ਕੇਵਲ ਤੇ ਕੇਵਲ ਗੁਰਮਤਿ ਦੀ ਗੱਲ ਹੋਏਗੀ, ਇਤਿਹਾਸ ਦੀ ਗੱਲ ਹੋਏਗੀ। ਇੱਥੇ ਕੋਈ ਵੀ ਇਸ ਮੌਕੇ ਤੇ ਕਿਸੇ ਵੀ
ਬੜਾ ਬਾਕੀ ਦੇ ਮੁੱਦੇ ਤੇ ਡਿਸਕਸ਼ਨ ਨਹੀਂ ਹੋਈ। 7 ਵਜੇ ਬਾਬਾ ਜੀ ਹਾਂਜੀ ਉਹ ਕਰਕੇ ਆਪਣੇ ਥਾਂ ਤੇ ਸੰਗਤ ਵਿੱਚ ਜਾ ਕੇ ਬਹਿ ਗਏ ਤੇ ਅਸੀਂ ਕਹਿਣ ਤੋਂ ਭਾਵ ਸੀ ਉਸ ਸਮੇਂ ਸਾਡੇ ਕੋਲ ਮੌਕੇ ਹੁੰਦੇ ਸਨ, ਅਸੀਂ ਆਪਣੇ ਮੌਕੇ ਨੂੰ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਪੂਰੀ ਤਰ੍ਹਾਂ ਵਰਤਣ ਦਾ ਯਤਨ ਕਰਦੇ ਸੀ ਤੇ ਉਹ ਅਸੀਂ ਕਿਸੇ ਦੇ ਨਾਲ ਜਿਹੜਾ ਸੀ ਨਾ ਉਹ ਕੋਈ ਗੱਲ ਹੁੰਦੀ ਸੀ, ਅਸੀਂ ਉਹਨਾਂ ਨੂੰ ਸਾਹਮਣੇ ਗੱਲ ਕਰਨ ਦੀ ਸਾਡੇ ਕੋਲ ਹਿੰਮਤ ਹੁੰਦੀ ਸੀ। ਤਾਂ ਕਿ ਸਾਨੂੰ ਕੋਈ ਨਹੀਂ ਕਿਹਾ ਨਹੀਂ ਜੀ ਸਾਡਾ ਕਰਨ ਦਿਓ ਜੀ ਜੇ ਹੈ ਜੀ ਉਹ ਕੋਈ ਸਾਡੀ ਕਿੰਤੂ ਪਰੰਤੂ ਨਹੀਂ ਸੀ ਸਾਡੇ ਕੋਲ। ਅੱਛਾ ਮੈਂ ਸਿੰਘ ਸਾਹਿਬ ਇਹ ਸਵਾਲ ਤਾਂ ਇਹ ਬਣਦਾ ਵੈਸੇ ਅੱਗੇ ਆ ਕੇ ਆ, ਲੇਕਿਨ ਤੁਹਾਡੀ ਔਰ ਪ੍ਰੋਫੈਸਰ ਮਨਜੀਤ ਸਿੰਘ ਦੀ ਇੱਕ ਅੱਛੀ ਆੜੀ ਸੀ, ਦੋ ਸਿੰਘ ਸਾਹਿਬਾਨ ਦੋ ਵੱਡੇ ਕੱਦ ਬਣ ਗਏ ਔਰ ਤੁਸੀਂ ਫੈਸਲੇ ਆਮ ਤੌਰ ਤੇ ਆਮ ਸਹਿਮਤੀ ਨਾਲ ਲੈ ਲੈਂਦੇ ਸੀ। ਫਿਰ ਤੁਸੀਂ ਸਿਆਸਤਾਂ ਵੀ ਥੋੜੀਆਂ ਜਿਹੀਆਂ ਕੀਤੀਆਂ, ਤੁਸੀਂ ਦਖਲਅੰਦਾਜ਼ੀ ਵੀ ਕੀਤੀ, ਕੋਸ਼ਿਸ਼ ਕੀਤੀ ਹੈ ਇਕੱਠੇ ਰਹਿਣ। ਜਦੋਂ ਤੁਸੀਂ ਸਿਆਸਤ 'ਚ ਦਖਲ ਦਿੰਦੇ ਹੋ ਤੇ ਫਿਰ ਤੁਹਾਨੂੰ ਸਿਆਸਤ ਚੱਕ ਕੇ ਬਾਹਰ ਸੁੱਟ ਦਿੰਦੀ ਹੈ। ਔਰ ਇਹਦਾ ਮਤਲਬ ਹੈ ਕਿ ਧਾਰਮਿਕ ਤੌਰ ਤੇ ਸਾਡੇ ਤਖਤ ਭਾਵੇਂ ਕਿੰਨੇ ਵੀ ਉੱਚੇ ਨੇ, ਬਲਵਾਨ ਨੇ, ਬਹੁਤ ਵੱਡੇ ਨੇ, ਲੇਕਿਨ ਛੋਟੀ ਮੋਟੀ ਸਿਆਸਤ ਵੀ ਜਦੋਂ ਚਾਹਵੇ ਇੱਥੇ ਬੈਠੇ ਬੰਦਿਆਂ ਨੂੰ ਉਹਨਾਂ ਤੋਂ ਪਾਸੇ ਕਰ ਸਕਦੀ ਹੈ ਔਰ ਜੇ ਕਹਿੰਦੇ ਬੁਲੰਦੀ ਤੇ ਬੈਠੇ ਨੂੰ ਫਰਸ਼ ਤੇ ਪਟਕਾ ਮਾਰਦੀ ਹੈ। ਸਵਾਲ ਪਹਿਲੀ ਗੱਲ ਹੈ ਕਿ ਜਥੇਦਾਰ ਸਿਆਸਤ ਦਖਲ ਨਹੀਂ ਦਿੰਦਾ। ਪ੍ਰੋਫੈਸਰ ਮਨਜੀਤ ਸਿੰਘ ਨੇ ਕੁਝ ਦਖਲ ਨਹੀਂ ਦਿੱਤਾ ਜੀ। ਉਸ ਚੌਥੇ ਵਿਸਾਖੀ ਦੇ ਜੋੜ ਮੇਲੇ ਉੱਤੇ ਤੇ ਉੱਥੇ ਦੀਵਾਨ ਸਜੇ ਹੋਏ ਦੀਵਾਨ ਦੇ ਵਿੱਚ ਉੱਥੇ ਇੱਕ ਵਾਤਾਵਰਨ ਇਸ ਤਰ੍ਹਾਂ ਦਾ ਬਣ ਗਿਆ ਕਿ ਸਰਦਾਰ ਮਾਨ ਨੇ ਉੱਥੇ ਖੜੇ ਹੋ ਕੇ ਕਹਿ ਦਿੱਤਾ ਦਮਦਮਾ ਸਾਹਿਬ ਕਿ ਜੇ ਪੰਥ ਸਾਰਾ ਜਦੋਂ ਖਾਲਸਾ ਮਰਦੇ ਲੈ ਕੇ ਗਏ ਉਸੇ ਰਾਤ ਦੀ ਗੱਲ ਹੀ ਹੈਗੀ ਹੈ ਕਿ ਜੇ ਸਾਰੇ ਇਕੱਠੇ ਹੋਣ ਤਾਂ ਮੈਂ ਆਪਣੇ ਆਪ ਨੂੰ ਸਿਲੰਡਰ ਕਰਦਾ ਅਕਾਲ ਤਖਤ ਸਾਹਿਬ ਵਾਸਤੇ ਅੱਗੇ ਤੇ ਜੇ ਦੇ ਉੱਤੇ ਕੋਈ ਅਗਲੀ ਗੱਲ ਚੱਲਦੀ ਹੈ ਤੇ ਮੇਰੀਆਂ ਸੇਵਾਵਾਂ ਹਾਂ ਚੱਲਣ। ਇਹ ਕਿਹੜੀ ਸੰਨ ਹੈ? ਇਹ ਕਿਹੜੀ ਸੰਨ ਦੀ ਗੱਲ ਆ? ਕਿਉਂਕਿ ਕਈ ਬੱਚਿਆਂ ਨੂੰ 94 ਦੀ ਗੱਲ, ਇਹ 94 ਦੀ ਗੱਲ ਹੈ 94 ਦੀ, ਠੀਕ ਹੈ ਹਾਂ 94 ਦੀ ਗੱਲ ਹੈ ਤੇ ਉੱਥੇ ਵਿਸਾਖੀ ਦੇ ਜੋੜ ਮੇਲੇ ਦੀ ਗੱਲ ਹੈ। ਪ੍ਰੋਫੈਸਰ ਮਨਜੀਤ ਸਿੰਘ ਜੀ ਬੈਠੇ ਆ, ਦਾਸ ਬੈਠਾ ਹੋਏ ਉੱਤੇ ਤੇ ਉਸ ਮੌਕੇ ਤੇ ਹੁਣ ਪ੍ਰੋਫੈਸਰ ਮਨਜੀਤ ਸਿੰਘ ਉੱਥੇ ਲਿਖਣ ਟੋੜਾ ਜੀ ਦਾ ਹੋਰ ਵੀ ਇੱਕ ਦੋ ਬੁਲਾਰੇ ਬੋਲੇ ਤੇ ਉਹਨਾਂ ਨੇ ਵੀ ਹਾਲਾਤ ਦੀ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤੇ ਉਸੇ ਕੰਮ ਹੋਣਾ ਚਾਹੀਦਾ ਤੇ ਉੱਥੇ ਪ੍ਰੋਫੈਸਰ ਮਨਜੀਤ ਸਿੰਘ ਦਾ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਸੀ, ਭੱਜ ਨਹੀਂ ਉਹਨਾਂ ਨੇ ਭੱਜਣਾ ਫਰਜ਼ ਨਹੀਂ ਸੀ ਬਣਨਾ ਕਿ ਜੇ ਅਕਾਲ ਤਖਤ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹੈ, ਅਗਰ ਤੁਸੀਂ ਸ਼ਰਧਾ ਨਾਲ ਆਪਣੇ ਆਪ ਨੂੰ ਤੁਸੀਂ ਉੱਥੇ ਲੈ ਕੇ ਆਉਂਦੇ ਹੋ ਤੇ ਉਸ ਮੌਕੇ ਤੇ ਵੱਖਰੀ ਗੱਲ ਹੈ ਕਿ ਜਿਹੜਾ ਬਾਦਲ ਦਾ ਧੜਾ ਹੈ ਇਹਨਾਂ ਨੂੰ ਥੋੜਾ ਜਿਹਾ ਇਹ ਗੱਲਾਂ ਵਾਰਾਂ ਨਹੀਂ ਖਾਂਦੀਆਂ ਤੇ ਇਹਨਾਂ ਨੇ ਉਸ ਮੌਕੇ ਤੋਂ ਉਹਦਾ ਦੂਜਾ ਰੁਖ ਤੇ ਵਿਚਾਰ ਕੀਤਾ ਹੋਏਗਾ, ਸਟੇਜ ਤੇ ਨਹੀਂ ਕੀਤਾ। ਬਾਅਦ ਵਿੱਚ ਜੋ ਏਕਤਾ ਹੋਈ ਹੈ ਕਰਨ ਦੇ ਵਿੱਚ ਇਸ ਪ੍ਰੋਸੈਸ ਵਿੱਚ ਜਾ ਕੇ ਬੜਾ ਕੁਛ ਲੰਮਾ ਚੱਲਣਾ ਪਿਆ। ਦਾਸ ਨੇ ਤੇ ਬੜਾ ਲੰਮਾ ਸੰਘਰਸ਼ ਕੀਤਾ। ਅਕਾਲ ਤਖਤ ਤੇ ਮੀਟਿੰਗ ਕਰਦੇ ਸੀ, ਮੁੜ ਜਲੰਧਰ ਕਰਨੀ, ਤੀਜੇ ਥਾਂ ਤੇ ਕਰਨੀ, ਤਿੰਨ ਥਾਂ ਤੇ ਇੱਕ ਦਿਨ ਮੀਟਿੰਗਾਂ ਕਰਦੇ ਹੁੰਦੇ ਸੀ ਜਦੋਂ ਅਸੀਂ ਕੀਤਾ। ਇਸੇ ਕਰਕੇ ਭਾਈ ਅਸ਼ੋਕ ਬਾਗੜੀਆ ਵਰਗੇ ਬੰਦੇ ਨੂੰ ਅਸੀਂ ਅੱਗੇ ਲਾਇਆ ਸੀ ਸਿੰਘ ਸਾਹਿਬ ਕੋਈ ਸਾਂਝਾ ਬੰਦਾ ਚਾਹੀਦਾ ਜਿਹੜਾ ਇੱਕ ਗੱਲ ਕਰ ਸਕੇ। ਸਿੰਘ ਸਾਹਿਬ ਪ੍ਰਕਾਸ਼ ਸਿੰਘ ਬਾਦਲ ਉਸ ਮੌਕੇ ਤੇ ਸਟੇਜ ਤੇ ਹਾਜ਼ਰ ਸੀ ਜਦੋਂ ਸਾਰੀ ਗੱਲ ਹੋਈ? ਹਾਂ ਬਿਲਕੁਲ ਜੀ, ਬਿਲਕੁਲ ਉੱਥੇ ਸਨ ਸਾਰੇ ਉੱਥੇ। ਔਰ ਉਹਨਾਂ ਨੇ ਕੋਈ ਸਿਰ ਹਿਲਾਇਆ ਸੀ, ਉਹਨਾਂ ਸਹਿਮਤੀ ਦਿੱਤੀ ਸੀ? ਨਹੀਂ ਉੱਥੇ ਗੱਲ ਉੱਥੇ ਤੇ ਸੰਗਤ ਬੈਠੀ ਹੁੰਦੀ ਹੈ, ਇੱਕ ਬੰਦਾ ਕੋਈ ਗੱਲ ਕਰਦਾ ਤੇ ਤੁਹਾਨੂੰ ਪਤਾ ਹੀ ਪੰਥ ਦਾ ਜਜ਼ਬਾ ਕਿਤਨ ਬੋਲੇ ਸੋ ਨਿਹਾਲ ਮੁੜ ਕੇ ਮੇਰਾ ਸਿਰ ਹਿੱਲੇ ਨਾ ਹਿੱਲੇ ਆਪਣੇ ਆਪ ਹੀ ਹਿੱਲਿਆਂ ਚ ਗਿਣਿਆ ਜਾਂਦਾ। ਉਸ ਤੋਂ ਬਾਅਦ ਫਿਰ ਤੁਸੀਂ ਕਦੋਂ ਇਸ ਸੰਬੰਧੀ ਪਹਿਲੀ ਮੀਟਿੰਗ ਬੁਲਾਉਂਦੇ ਰਹੇ ਹੁੰਦੇ ਨੇ ਜਿਨ੍ਹਾਂ ਇਹਨਾਂ ਨੇ ਆਪਣੇ ਨੁਮਾਇੰਦੇ ਲਾਏ ਸੀ, ਕੁਲਦੀਪ ਸਿੰਘ ਵਡਾਲਾ ਲਾਇਆ ਸੀ, ਹੋਰ ਬੰਦੇ ਜਿਹੜੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਆ ਕੇ ਅੰਮ੍ਰਿਤਸਰ ਦੀ ਧਰਤੀ ਉੱਤੇ ਜਸਵੰਤ ਸਿੰਘ ਖਾਲੜਾ ਜੀ ਵੀ ਆਉਂਦੇ ਰਹੇ, ਉਹਦੇ ਵਿੱਚ ਸਰਦਾਰ ਜਸਵੰਤ ਸਿੰਘ ਫੈਡਰੇਸ਼ਨ ਵਾਲੇ ਹੁੰਦੇ ਸੀ ਉਹ ਵੀ ਆਉਂਦੇ ਰਹੇ। ਇਹ ਸਾਰੇ ਲੋਕੀ ਉਸ ਸਮੇਂ ਸਿਰਦਰਦ ਸਨ ਕਿ ਕੋਈ ਹੱਲ ਨਿਕਲਣਾ ਚਾਹੀਦਾ। ਬੜਾ ਨਿੱਠ ਕੇ ਯਤਨ ਕੀਤਾ ਗਿਆ, ਅਗਰ ਨਤੀਜਾ ਥੋੜਾ ਨਿਕਲਿਆ ਬਹੁਤਾ ਗੱਲ ਨਹੀਂ ਨਿਕਲਿਆ ਵੱਖਰੀ ਗੱਲ ਹੈਗੀ, ਪਰ ਯਤਨ ਦੇ ਵਿੱਚ ਕੋਈ ਕਮੀ ਨਹੀਂ। ਦੇਖੋ ਸਿੰਘ ਸਾਹਿਬ ਮੈਂ ਇਹ ਤੁਹਾਡੇ ਉਸ ਵੇਲੇ ਦੇ ਉਸ ਹਾਲਾਤ ਅਨੁਸਾਰ ਲਏ ਫੈਸਲੇ ਔਰ ਕੀਤੇ ਕੰਮਾਂ ਦੀ ਸ਼ਲਾਘਾ ਕਰਦਾ ਹਾਂ ਔਰ ਸਾਰੀ ਕੌਮ ਮਹਿਸੂਸ ਕਰਦੀ ਹੈ ਕਿ ਇਹ ਐਫਰਟਸ ਇਸ ਕਰਕੇ ਹੀ ਲਾਏ ਗਏ ਸੀ ਕਿ ਕੌਮ ਦੀ ਬਿਹਤਰੀ ਹੋਵੇ। ਜਦੋਂ ਵੀ ਕੋਈ ਇਸ ਤਰ੍ਹਾਂ ਹੁੰਦਾ ਹੈ ਜਜ਼ਬਾਤੀ ਹੋ ਕੇ ਕੀਤੇ ਜਾਂਦੇ, ਹਾਲਾਂਕਿ ਸਿਆਸਤ ਦੇ ਵਿੱਚ ਜਜ਼ਬਾਤ ਦੀ ਬਹੁਤੀ ਕਦਰ ਨਹੀਂ ਹੁੰਦੀ, ਨਾ ਉਦੋਂ ਸੀ ਨਾ ਅੱਜ ਹੈ, ਲੇਕਿਨ ਜਦੋਂ ਇਹ ਸਾਰੇ ਹਾਲਾਤ ਬਣਦੇ ਆ ਉਦੋਂ ਗੁਰਚਰਨ ਸਿੰਘ ਟੌਹੜਾ ਦਾ ਐਟੀਟਿਊਡ ਕੀ ਸੀਗਾ ਉਹ ਚਾਹੁੰਦੇ ਸੀ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਨਹੀਂ ਸੀ ਚਾਹੁੰਦੇ, ਜਾਂ ਉਹਨਾਂ ਦਾ ਨਜ਼ਰੀਆ ਕੀ ਸੀ, ਜਾਂ ਉਸ ਤੋਂ ਬਾਅਦ ਫਿਰ ਤੁਹਾਡੀ ਜਿਹੜੀ ਰਸਮੀ ਮੀਟਿੰਗਸ ਹੁੰਦੀਆਂ ਨੇ, ਕਿਉਂਕਿ ਜਿਹੜੇ ਧੜੇ ਜਸਵੰਤ ਸਿੰਘ ਖਾਲੜਾ ਜੀ ਦੀ ਤੁਸੀਂ ਗੱਲ ਕਰਦੇ ਹੋ ਸ਼ਹੀਦ ਨੇ ਇਸ ਮੂਵਮੈਂਟ ਦੇ, ਉਸ ਤੋਂ ਇਲਾਵਾ ਜਸਵੰਤ ਸਿੰਘ ਜਿਹੜੇ ਫੈਡਰੇਸ਼ਨ ਵਾਲੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਵੀ ਬੜੇ ਸਰਗਰਮ ਰਹੇ, ਲੇਕਿਨ ਐਂਡ ਆਫ ਦਾ ਡੇ ਤਾਂ ਇਹ ਸੀਗਾ ਕਿ ਜਿੱਥੇ ਬਾਦਲ ਟੌਹੜਾ ਵੱਡੀਆਂ ਧਿਰਾਂ ਖਲੋਂਦੀਆਂ ਸਹਿਮਤੀ ਦਿੰਦੀਆਂ ਛੋਟੀਆਂ ਨੂੰ ਨਾਲ ਲੈ ਕੇ ਚੱਲਣ ਲਈ ਅੱਗੇ ਤੁਰਦੀਆਂ ਫਿਰ ਹੀ ਗੱਲ ਬਣਨੀ ਸੀ। ਮਾਨ ਦੇ ਐਟੀਟਿਊਡ ਨੂੰ, ਸਿਮਰਨਜੀਤ ਸਿੰਘ ਮਾਨ ਦੇ ਐਟੀਟਿਊਡ ਨੂੰ ਲੈ ਕੇ ਸਦਾ ਹੀ ਇੱਕ ਅਸਮੰਜਸ ਹੁੰਦਾ ਸੀ ਕਿ ਉਹਨਾਂ ਨੇ ਪਤਾ ਨਹੀਂ ਕਦੋਂ ਪੈਂਤੜਾ ਬਦਲ ਜਾਣਾ।
ਸੋ ਕਦੋਂ ਤੁਸੀਂ ਇਹ ਸਰਗਰਮੀ ਸ਼ੁਰੂ ਕਰਦੇ ਹੋ, ਕਦੋਂ ਤੁਸੀਂ ਰਸਮੀ ਮੀਟਿੰਗ ਸ਼ੁਰੂ ਕਰਦੇ ਹੋ, ਫਿਰ ਕਦੋਂ ਕਿਹਨੂੰ ਬੁਲਾਉਂਦੇ ਹੋ ਤੇ ਕਿਹਦਾ ਐਟੀਟਿਊਡ ਪੋਜ਼ਿਟਿਵ ਸੀ, ਕਿਹਦਾ ਨੈਗੇਟਿਵ ਸੀ? ਹਰਜਿੰਦਰ ਸਿੰਘ ਜੀ ਇੱਕ ਲੰਮਾ ਸਿਲਸਿਲਾ ਹੈਗਾ ਜੇ ਤੇ ਬਾਰੀ ਜੇ ਤੁਹਾਨੂੰ ਡਿਟੇਲ ਚਾਹੀਦੀ ਹੋਏਗੀ ਤਾਂ ਇਹਦੇ ਵੱਖਰੇ ਤੌਰ ਤੇ ਜਿਹੜਾ ਹੈ ਮੀਟਿੰਗਾਂ ਇੱਕ ਨਹੀਂ ਕਈ ਹੋਈਆਂ। ਬਿਹਤਰ ਤੇ ਹੈਗਾ ਤੁਸੀਂ ਪ੍ਰੋਫੈਸਰ ਮਨਜੀਤ ਸਿੰਘ ਨਾਲ ਇਸ ਮੁੱਦੇ ਤੇ ਗੱਲ ਕਰੋ ਜ਼ਿਆਦਾ, ਕਿਉਂਕਿ ਸਰਵੇ ਸੇਵਾ ਉਹਨਾਂ ਦੀ ਜ਼ਿੰਮੇਵਾਰੀ ਸੀ, ਉਹ ਜ਼ਿਆਦਾ ਰਹੀ ਹੈ। ਇਸ ਗੱਲ ਕਰਕੇ ਮੀਟਿੰਗਾਂ ਦਾ ਦੌਰ ਜਿਹੜਾ ਲਗਾਤਾਰ ਚੱਲਦਾ ਰਿਹਾ। ਉਸ को ਮੈਂ ਦੇਖਿਆ ਸੀ और बहुत सारे सज्जन ਜਿਹੜੇ ਨੇ ਸਰਦਾਰ ਬਰਜਿੰਦਰ ਸਿੰਘ ਹਮਦਰਦ ਬੜੇ ਸਿਰਦ ਹੋ ਕੇ ਉਸ ਮੌਕੇ ਉਹਨਾਂ ਨੇ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਦੇ ਰਹੇ। ਸਰਦਾਰ ਕੁਲਦੀਪ ਸਿੰਘ ਵਡਾਲਾ ਉਹਨਾਂ ਦੀ ਭੂਮਿਕਾ ਬੜੀ ਸਰਗਰਮ ਰਹੀ। ਬਾਪੂ ਸਰੂਪ ਸਿੰਘ ਜਲੰਧਰ ਵਾਲੇ ਹੁੰਦੇ ਸਨ, ਉਹਨਾਂ ਦੀ ਭੂਮਿਕਾ ਬੜੀ ਸਰਗਰਮ ਰਹੀ। ਇਸ ਤਰ੍ਹਾਂ ਉਹਨਾਂ ਦੇ ਭਣੇਵੇਂ ਸਨ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੀ ਭੂਮਿਕਾ ਬੜੀ ਸਰਗਰਮ ਰਹੀ। ਇਹਨਾਂ ਲੋਕਾਂ ਨੇ ਆਪਣੇ ਸਮੇਂ ਤੇ ਸਾਰਿਆਂ ਨੇ ਇੱਕੋ ਯਤਨ ਕੀਤਾ ਕਿ ਅਸੀਂ ਕੋਈ ਨਾ ਕੋਈ ਢੰਗ ਤਰੀਕਾ ਨਿਕਲੇ ਤੇ ਸਾਡੇ ਸਿਆਸਤਦਾਨ ਜਿਹੜੇ ਜਿਹਨੇ ਅੱਜ ਮਹਿਸੂਸ ਕੀਤਾ ਜਾ ਰਿਹਾ ਇਹ ਸਿਰ ਜੋੜ ਕੇ ਬੈਠੇ ਤੇ ਉਸ ਸਮੇਂ ਵੀ ਇਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੇ। ਹਾਂ ਉਹ ਕੋਈ ਸਾਰਿਆਂ ਦੀ ਸਿਰਦਤਾ ਤੇ ਹੀ ਸ਼ੱਕ ਨਹੀਂ ਕਰ। ਉਹ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਈਆਂ ਨੇ, ਤੁਸੀਂ ਦੇਖੋ ਨਾ ਉਹਦੇ ਤੋਂ ਬਾਅਦ 96 ਚੋਣਾਂ ਆਈਆਂ ਨੇ। ਉਹਦੇ 'ਚ ਅਕਾਲ ਤਖਤ ਦੀ ਭੂਮਿਕਾ ਪ੍ਰਣ ਪੱਤਰ ਬਣਾ ਕੇ ਦਿੱਤਾ ਜਾਂਦਾ ਹੈ ਤੇ ਪ੍ਰਣ ਪੱਤਰ ਜਿੰਨੇ ਵੀ ਉਮੀਦਵਾਰ ਖੜੇ ਹੁੰਦੇ ਨੇ ਉਹਨਾਂ ਤੇ ਕੰਡੀਸ਼ਨ ਲਾਈ ਜਾਂਦੀ ਹੈ ਕਿ ਇਹ ਇਹਨਾਂ ਦੀ ਜਿਹੜੀ ਹੈ ਵਿਦਿਅਕ ਯੋਗਤਾ, ਕਾਰਜ ਵਿਧੀ, ਇਹ ਇਹਨਾਂ ਦੇ ਪ੍ਰਣ ਪੱਤਰ ਭਰਨਗੇ ਤਾਂ ਜਾ ਕੇ ਚੋਣਾਂ ਲੜਨਗੇ। ਉਹਦੇ ਵਾਸਤੇ ਬਾਦਲ ਵੀ ਬਹਿੰਦੇ ਨੇ, ਟੋਲਾ ਵੀ ਬਹਿੰਦੇ, ਸਾਹਮਣੇ ਬਿਠਾ ਕੇ ਅਸੀਂ ਅਕਾਲ ਤਖਤ ਨੂੰ ਦੱਸਦੇ ਹਾਂ, ਇਹ ਅਗਰੀ ਕਰਦੇ ਨੇ। ਬਿਲਕੁਲ ਜੋ ਤੁਸੀਂ ਕਹਿੰਦੇ ਠੀਕ ਹੈਗਾ। ਘਟਨਾਵਾਂ ਦੇ ਇਸ ਸਿਲਸਿਲੇ 'ਚ ਤੁਸੀਂ ਆਪ ਮੁਹਾਰੇ ਕੁਝ ਦੱਸਣਾ ਚਾਹੋ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਇਤਿਹਾਸਿਕ ਵੀ ਹੈ, ਉਹਦਾ ਜ਼ਿਕਰ ਕਰਨਾ ਬਣਦਾ, ਫਿਰ ਅਸੀਂ ਅੱਜ ਦੇ ਹਾਲਾਤ ਤੇ ਆਉਂਦੇ ਹਾਂ। ਕੋਈ ਐਸੀ ਘਟਨਾ, ਕੋਈ ਐਸਾ ਪਹਿਲੂ ਜਿਹੜਾ ਮਨ ਦੇ ਵਿੱਚ ਸਦਾ ਬੇਚੈਨੀ ਪੈਦਾ ਕਰਦਾ ਹੋਵੇ, ਜਿਹਦਾ ਜ਼ਿਕਰ ਛੇੜਨਾ ਚਾਹੋ, ਤੁਹਾਨੂੰ ਪੂਰੀ ਖੋਲਾ। ਨਹੀਂ ਗੱਲ ਤੇ ਅਸੀਂ ਪਹਿਲੀ ਗੱਲ ਕਿ ਦਾਸ ਨੂੰ ਜਿਹੜੀ ਸੇਵਾ ਮਿਲੀ ਸੀ ਨਾ ਤਖਤ ਦਮਦਮਾ ਸਾਹਿਬ ਦੀ, ਦਾਸ ਉਸ ਦੇ ਤੇ ਪੂਰੀ ਦਾ ਫੋਕਸ ਸੀ ਤੇ ਕੋਈ ਮਨ ਦੇ ਰੀਤ ਸੀ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਵਾਜ਼ ਮਾਰ ਕੇ ਸੇਵਾ ਦਿੱਤੀ ਹੈ। ਇਸ ਧਰਤੀ ਦੇ ਉੱਤੇ ਵੱਧ ਤੋਂ ਵੱਧ ਜਿਹੜਾ ਜੋ ਗੁਰੂ ਜੀ ਦੇ ਲਈ ਸਥਾਨ ਦੇ ਲਈ ਕੰਮ ਕਰਨਾ ਚਾਹੀਦਾ ਹੈ ਤੇ ਦਾਸ ਨੇ ਤੇ ਬਹੁਤਾ ਧਿਆਨ ਉੱਥੇ ਹੀ ਆਪਣਾ ਸਰਗਰਮ ਕੀਤਾ। ਜਿਹਨੇ ਦੇਖੋ ਕਿੱਥੇ ਬੁੱਢਾ ਜੋੜ ਹੈ ਉੱਥੋਂ ਖਾਲਸਾ ਮਾਰਚ ਕੱਢ ਕੇ ਉੱਥੇ ਲੈ ਕੇ ਆਂਦਾ, ਸਰਸਤ ਲੈ ਕੇ ਆਂਦਾ, ਜਫਰਨਾਮਾ ਸਾਹਿਬ ਦੇ ਸਥਾਨ ਤੋਂ ਲੈ ਕੇ ਆਂਦਾ। ਇਸ ਤਰ੍ਹਾਂ ਕਰਕੇ ਵੱਖ ਘਟਾਵਨ ਸਾਡਾ ਮਤਲਬ ਸੀ ਕਿ ਧਰਤੀ ਜਿਹੜੀ ਹੈ ਨਾ ਉਹ ਧਰਤੀ ਨੂੰ ਸਿੱਖ ਸੰਗਤ ਦੀ ਸੋਚ ਦੇ ਅੰਦਰ ਸਤਿਕਾਰ ਦੇ ਤੌਰ ਤੇ ਵੜ ਦਿੱਤਾ। ਬਾਕੀ ਤੇ ਜਿੱਥੇ ਜਿੱਥੇ ਜਦੋਂ ਸਰਗਰਮੀਆਂ ਬਣਦੀਆਂ ਰਹੀਆਂ ਜ਼ਿੰਦਗੀ ਦੇ ਅੰਦਰ, ਅਸੀਂ ਇੱਕ ਗੁਰਮੁਖ ਚੇਤਨਾ ਮਾਰਚ ਕਹਿੰਦੇ ਦਾਸ ਨੇ ਤੇ ਆਪਣਾ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਰਲ ਕੇ ਅਸੀਂ ਕੇਸਗੜ੍ਹ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਮਾਰਗ ਤੇ ਲੈ ਕੇ ਆਏ। ਇਸ ਤਰ੍ਹਾਂ ਉਸ ਸਮੇਂ ਜਿਸ ਤੋਂ ਬਾਅਦ ਅਸੀਂ ਸਿੱਖ ਸੰਮੇਲਨ ਹੁੰਦੇ, ਵਿਸ਼ਵ ਸਿੱਖ ਸੰਮੇਲਨ ਹੁੰਦੇ, ਉਦੋਂ ਅਸੀਂ ਬੰਦੀਸ਼ਵਰ ਖਾਲਸਾ ਮਾਰਗ ਜਿਹੜਾ ਸੀ ਉਹ ਗਵਾਲੀਅਰ ਤੋਂ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਲੈ ਕੇ ਆਂਦਾ। ਸਮਾਂ ਸਾਡਾ ਸੀ ਇਸ ਤਰ੍ਹਾਂ ਦੀਆਂ ਕੌਮ ਦੇ ਅੰਦਰ ਇੱਕ ਨਿਰਾਸ਼ਤਾ ਸੀ, ਕਿਉਂਕਿ ਤੁਸੀਂ ਜਾਣਦੇ ਬੇਅੰਤ ਸਿੰਘ ਦੀ ਸਰਕਾਰ ਸੀ ਜੀ। ਉਹ ਸਰਕਾਰ ਦੇ ਹੁੰਦਿਆਂ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਪੋਲੀਟੀਕਲ ਬੰਦਿਆਂ ਨੂੰ ਕੁਝ ਕਰ ਨਹੀਂ ਸੀ ਦਿੰਦਾ। ਅੱਛਾ, ਯਾਦ ਹੈ ਜਿਸਨੇ ਸਿੰਘ ਸਾਹਿਬ ਇੱਕ ਵਰਲਡ ਸਿੱਖ ਕੌਂਸਲ ਹੋਂਦ ਚਾਹੁੰਦੀ ਹੈ, ਉਹ ਤੁਹਾਡੇ ਔਰ ਪ੍ਰੋਫੈਸਰ ਮਨਜੀਤ ਸਿੰਘ ਦੇ ਸਮਿਆਂ ਚ ਆਉਂਦੀ ਹੈ? ਹਾਂ 95 ਚ ਆਉਂਦੀ ਹੈ ਜਦੋਂ ਵਿਸ਼ਵ ਸਿੱਖ ਸੰਮੇਲਨ ਬੰਦ ਹੋਇਆ ਨਾ ਜੀ। ਤੇ ਉਸ ਸਮੇਂ ਪ੍ਰੋਫੈਸਰ ਮਨਜੀਤ ਸਿੰਘ ਕਲਕੱਤੇ ਹੋਣੀ ਜਾਂ ਡਾਕਟਰ ਬਲਕਾਰ ਸਿੰਘ ਹੋਣੀ, ਡਾਕਟਰ ਕੇਤ ਸਿੰਘ ਹੋਣੀ, ਪ੍ਰੋਫੈਸਰ ਮਨਜੀਤ ਸਿੰਘ ਹੋਣੀ, ਸਰਦਾਰ ਜਸਵੰਤ ਸਿੰਘ ਦੇ ਫੈਡਰੇਸ਼ਨ ਵਾਲੇ, ਇਹ ਸਭ ਲੋਕ ਇਕੱਠੇ ਬੈਠ ਕੇ ਇਹਨਾਂ ਦੇ ਦਿਲ ਦਿਮਾਗ ਕੰਮ ਕਰਦਾ ਸੀ ਕਿ ਸਿੱਖ ਕੌਮ ਦਾ ਸੰਸਾਰ ਪੱਧਰ ਦਾ ਇੱਕ ਇਹੋ ਜਿਹੀ ਸੰਸਥਾ ਚਾਹੀਦੀ ਹੈ ਜਿਹੜੀ ਸਿੱਖ ਕੌਮ ਦੀਆਂ ਦੇਸ਼ ਤੇ ਵਿਦੇਸ਼ ਦੀਆਂ ਸਮੱਸਿਆਵਾਂ ਦੇ ਰੂਬਰੂ ਹੋ ਕੇ ਤੇ ਕੌਮ ਦਾ ਮਾਨ ਸਨਮਾਨ ਦੇ ਉੱਤੇ ਕੰਮ ਕਰ ਸਕੇ। ਤੇ ਉਦੋਂ ਇਹ ਜਿਹੜੀ ਵਿਸ਼ਵ ਸਿੱਖ ਜਿਹੜੇ ਕੌਂਸਲ ਸੀ ਤਾਂ ਉਹਦੇ ਵਿੱਚ ਹੀ ਬਾਹਰ ਨਿਕਲ ਕੇ ਆਉਂਦੀ। ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਇਹਦੇ ਉੱਤੇ ਬਹੁਤ ਸਾਰੇ ਵਿਦਵਾਨਾਂ ਨਾਲ ਬਹਿ ਕੇ ਨਿੱਠ ਕੇ ਸੰਵਿਧਾਨ ਤਿਆਰ ਕੀਤਾ ਔਰ ਬਣਾਇਆ ਔਰ ਉਸ ਨੂੰ ਅੱਗੇ ਲਾਗੂ ਕਰਨ ਵਾਸਤੇ ਯਤਨ ਕੀਤਾ। ਉਹਦੇ ਕੋਈ ਫਰੂਟਫੁਲ ਰਿਜ਼ਲਟ ਵੀ ਰਹੇ ਜੀ? ਕਿਤਨਾ ਦੇ ਉਹਦੇ ਕੋਈ ਰਿਜ਼ਲਟ ਫਰੂਟਫੁਲ ਰਹੇ, ਅੱਛੇ ਰਹੇ ਰਿਜ਼ਲਟ? ਹਾਂ ਫਰੂਟਫੁਲ ਇਸ ਤਰ੍ਹਾਂ ਕਰਕੇ ਰਹੇ ਜੀ। ਲੋਕਾਂ ਨੇ ਉਦੋਂ ਇੰਨਾ ਹੁਨਰ ਕੀਤਾ, ਜਿੱਥੇ ਜਿਹਨੂੰ ਵੀ ਕਿਤੇ ਆਵਾਜ਼ ਮਾਰੀ, ਭਾਵੇਂ ਅਮਰੀਕਾ ਦੇ ਵਿੱਚੋਂ ਜਾਂ ਬਾਹਰੋਂ ਕਿਸੇ ਨੂੰ ਵੀ ਆਵਾਜ਼ ਮਾਰੀ ਹੈ ਤੇ ਸਾਰਿਆਂ ਨੇ ਉਸ ਵੇਲੇ ਹੀ ਚਾਅ ਪ੍ਰਗਟ ਕੀਤਾ ਕਿ ਅਸੀਂ ਕੰਮ ਕਰਨ ਲਈ ਤਿਆਰ ਹਾਂ, ਸਾਨੂੰ ਮੌਕਾ ਮਿਲਣਾ ਚਾਹੀਦਾ ਹੈ। ਹਾਂਜੀ, ਉੱਥੇ ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਵੀ ਨਾਮਜ਼ਦ ਕੀਤੀ ਸੀ ਕਿ ਕਿੰਨੇ ਮੈਂਬਰ ਸ਼੍ਰੋਮਣੀ ਕਮੇਟੀ ਦੇ ਹੋਣਗੇ, ਦਿੱਲੀ ਕਮੇਟੀ ਵਿੱਚੋਂ ਕੋਈ ਹੋਏਗਾ, ਬਾਕੀ ਤਖਤ ਸਾਹਿਬਾਨ ਤੋਂ ਕੋਈ ਹੋਣਗੇ। ਸਾਰਾ ਕੁਝ ਸਿਸਟਮ ਬਹੁਤ ਵਧੀਆ ਬਣਾ ਕੇ ਹਾਂਜੀ ਉਹਨੂੰ ਅੱਗੇ ਲੈ ਕੇ ਚੱਲੇ। ਸਿੰਘ ਸਾਹਿਬ ਇਹ ਸਵਾਲ ਇਸ ਕਰਕੇ ਉਠਾਇਆ
ਕਿਉਂਕਿ ਤੁਸੀਂ ਵੀ ਪਿਛਲੇ ਦਿਨਾਂ 'ਚ ਇੱਕ ਪੱਤਰ ਜਿਹੜਾ ਮੈਨੂੰ ਰਿਸੀਵ ਹੋਇਆ ਮੇਰੀ ਈਮੇਲ ਤੇ, ਤੁਸੀਂ ਉਹ 'ਚ ਮੁਹੱਬਤ ਵੀ ਕੀਤੀ ਆ, ਪਿਆਰ ਵੀ ਸਾਨੂੰ ਦਿੱਤਾ ਹੈ, ਲੇਕਿਨ ਨਾਲ ਦੀ ਨਾਲ ਤੁਹਾਡਾ ਇੱਕ ਫਿਕਰ ਵੀ ਸੀ ਕਿ ਕੋਈ ਸਿੱਖ ਸੰਸਥਾ ਹੋਣੀ ਚਾਹੀਦੀ ਆ। ਪਿੱਛੇ ਅਸੀਂ ਸਰਦਾਰ ਤਰਲੋਚਨ ਸਿੰਘ ਨਾਲ ਗੱਲ ਕਰਦਿਆਂ ਵੀ ਇਹ ਮੁੱਦਾ ਧਿਆਨ 'ਚ ਆਇਆ ਸੀ। ਹੋਰ ਵੀ ਬਹੁਤ ਸਾਰੇ ਫਿਕਰਮੰਦ ਸਿੱਖ ਜਿਹੜੇ ਬਾਹਰ ਬੈਠੇ ਆ ਵੱਖ-ਵੱਖ ਦੇਸ਼ਾਂ 'ਚ, ਇੱਧਰ ਉੱਧਰ, ਸਾਰੇ ਕਹਿੰਦੇ ਆ ਕਿ ਕੋਈ ਪਲੇਟਫਾਰਮ ਹੋਵੇ ਜਿਹੜਾ ਇੰਟਰਨੈਸ਼ਨਲ ਪੱਧਰ ਦਾ ਹੋਵੇ, ਭਾਵੇਂ ਕਿ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਵਰਗੇ ਅਦਾਰੇ ਤਾਂ ਸੁਪਰੀਮ ਨੇ, ਲੇਕਿਨ ਫਿਰ ਵੀ ਇੱਕ ਜਿਹੜੀ ਕੌਮੀ ਸਿਰ ਜੋੜਨ ਵਾਲੀ ਸੰਸਥਾ ਹੋਵੇ। ਤਾਂ ਮੈਂ ਤੁਹਾਨੂੰ ਪੁੱਛਿਆ ਕਿ ਕਿਉਂਕਿ ਤੁਹਾਡਾ ਅਨੁਭਵ ਰਿਹਾ ਤੇ ਫਿਰ ਤੁਹਾਡਾ ਹੁਣ ਫਿਕਰ ਹੈ ਕਿ ਇਹਨਾਂ ਦਿਨਾਂ 'ਚ ਕੋਈ ਆਰਗੇਨਾਈਜੇਸ਼ਨ ਹੋਣ ਚਾਵੇ ਜਿਹੜੀ ਸਮੁੱਚੇ ਤੌਰ ਤੇ ਚੀਜ਼ਾਂ ਨੂੰ ਅਗਵਾਈ ਦੇਵੇ। ਪਿੱਛੇ ਤੁਸੀਂ ਇੱਕ ਪੰਥਕ ਅਸੈਂਬਲੀ ਦਾ ਵੀ ਅੰਮ੍ਰਿਤਸਰ ਦੇ ਵਿੱਚ 2 ਦਿਨ ਦਾ ਇਜਲਾਸ ਰੱਖਿਆ ਸੀ, ਬਹੁਤ ਵਿਦਵਾਨ ਆਏ ਸੀ। ਇਸ ਤੋਂ ਇਲਾਵਾ ਵੀ ਤੁਸੀਂ ਐਫਰਟਸ ਲਾਉਂਦੇ ਰਹਿੰਦੇ ਹੋ। ਸੋ ਸਾਰੀ ਪ੍ਰਕਿਰਿਆ 'ਚ ਜੋ ਅਜੋਕੇ ਹਾਲਾਤ ਆ, ਜੋ ਤੁਸੀਂ ਦੇਖ ਰਹੇ ਹੋ, ਜੋ ਤੁਹਾਡਾ ਨਜ਼ਰੀਆ ਤੇ ਵਿਜ਼ਨ ਹੈ, ਉਹਦੇ ਅਨੁਸਾਰ ਹੁਣ ਕੀ ਲੋੜ ਹੈ, ਇਸ ਵੇਲੇ ਕੀ ਮਹਿਸੂਸ ਕਰਦੇ ਹੋ? ਤੁਹਾਡੇ ਚਿੰਤਾ 'ਚ ਤੁਹਾਡੇ ਚਿੰਤਨ 'ਚ ਕਿਹੋ ਜਿਹੀ ਚਿੰਤਾ ਹੈ? ਦੇਖੋ, ਮੈਂ ਸਾਡਾ ਚਿੰਤਨ ਤੇ ਇਹੀ ਕਹਿ ਰਿਹਾ ਜੀ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬਚਨ ਸਾਹਮਣੇ ਰੱਖਣਾ ਚਾਹੀਦਾ ਕਿ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਜੀ। ਕਿ ਅੱਜ ਸਮੇਂ ਜਿਹੜਾ ਹੈ ਸਾਡੇ ਸਾਹਮਣੇ ਨਵੀਆਂ ਤੋਂ ਨਵੀਆਂ ਚੁਣੌਤੀਆਂ ਹਰ ਸਮੇਂ ਆ ਰਹੀਆਂ ਨੇ ਤੇ ਕੌਮ ਨੂੰ ਉਸ ਪੱਧਰ ਦੀ ਆਪਣੀ ਸੋਚ ਇਕੱਠੀ ਕਰਨੀ ਚਾਹੀਦੀ ਹੈ ਤੇ ਇਕੱਠੀ ਕਰਕੇ ਆਪਣੇ ਆਪ ਨੂੰ ਸੰਸਾਰ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਸਾਨੂੰ ਰਵਾਇਤੀ ਕਿਰਿਆਵਾਂ ਤੋਂ ਬਾਹਰ ਨਿਕਲ ਕੇ ਕੌਮੀ ਪੱਧਰ ਦਾ, ਭਾਵੇਂ ਸਾਡੇ ਐਜੂਕੇਸ਼ਨ ਦਾ ਪੱਖ ਹੈ, ਸਾਡੇ ਰੁਜ਼ਗਾਰ ਦਾ ਪੱਖ ਹੈ, ਸਿੱਖਿਅਤ ਸੱਭਿਆਚਾਰ ਦਾ ਪੱਖ ਹੈ, ਚਾਹੇ ਸਾਡਾ ਧਰਮ ਦੇ ਯੋਜਨਾਵਾਂ ਦਾ ਪੱਖ ਹੈ, ਹਰ ਪੱਖ ਦੇ ਉੱਤੇ ਅੱਜ ਸਾਨੂੰ ਲਿਖ ਕੇ ਦੇਣ ਵਾਲੇ ਕਰਮ ਤੋਂ ਸਾਨੂੰ ਕੋਈ ਮੁਹਾਜ ਸਾਡੇ ਇੱਕ ਚਾਹੀਦਾ। ਸ਼੍ਰੋਮਣੀ ਕਮੇਟੀ ਹੁਣ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਨਹੀਂ ਰਹੀ, ਕਿਉਂਕਿ ਇਹਦਾ ਜੋ ਪਿਛਲਾ ਵਰਤਾਰਾ ਹੈ, ਉਸ ਵਰਤਾਰੇ ਨੇ ਇਹਦਾ ਕੱਦ ਕਾਠ ਜਿਹੜਾ ਸੀ ਸਿੱਖਾਂ ਦੇ ਦਿਲ ਦਿਮਾਗ ਵਿੱਚ ਸੀ ਉਹਨੂੰ ਬਹੁਤ ਜ਼ਮੀਨ ਤੱਕ ਲੈ ਗਏ। ਇਸ ਮੌਕੇ ਕੌਮ ਮਹਿਸੂਸ ਕਰਦੀ ਹੈ ਕਿ ਅੱਜ ਸਾਨੂੰ ਇੱਕ ਨਰੋਈ ਸੋਚ ਵਾਲੇ ਚੰਗੇ ਸੱਜਣਾਂ ਦੀ ਇੱਕ ਨਰੋਈ ਜਮਾਤ ਦੀ ਲੋੜ ਹੈ ਕਿ ਜਿਹੜੇ ਨਿੱਠ ਕੇ ਕੰਮ ਕਰਨ ਦੀ ਆਦਤ। ਕਿਉਂ ਦੇਖੋ, ਸੰਸਾਰ ਅੰਦਰ ਵਰਲਡ ਸਿੱਖ ਪਾਰਲੀਮੈਂਟ, ਵਰਲਡ ਸਿੱਖ ਆਰਗੇਨਾਈਜੇਸ਼ਨ, ਇਦਾਂ ਦੀਆਂ ਸੰਸਥਾਵਾਂ ਅੱਜ ਵੀ ਸਿੱਖ ਕੌਮ ਦੇ ਉੱਤੇ ਕਿਤੇ ਨਾ ਕਿਤੇ ਵੀਰਾਂ ਨੇ ਬਣਾਈਆਂ ਹੋਈਆਂ ਨੇ। ਡਾਕਟਰ ਖੜਗ ਸਿੰਘ ਨੇ ਉਸ ਤੋਂ ਬਾਅਦ ਦੁਬਾਰਾ ਵੀ ਯਤਨ ਕੀਤਾ ਸੀ। ਦੇਖੋ, ਵਿਸ਼ੇਸ਼ ਕੌਂਸਲ ਜਦੋਂ ਅੱਗੇ ਨਹੀਂ ਚੱਲ ਸਕੀ, ਉਸ ਤੋਂ ਬਾਅਦ ਦੁਬਾਰਾ ਡਾਕਟਰ ਖੜਗ ਸਿੰਘ ਜੀ ਉਹਨਾਂ ਨੇ ਯਤਨ ਕੀਤਾ ਸੀ। ਉਹਨਾਂ ਨੇ ਵੀ ਇੱਕ ਸੰਸਥਾ ਬਣਾਉਣ ਦੇ ਵਾਸਤੇ ਯਤਨ ਕੀਤਾ। ਉਹਦੇ ਵੀ ਅੱਜ ਵੀ ਜਨਰਲ ਕਰਤਾਰ ਸਿੰਘ ਜੀ ਚੰਡੀਗੜ੍ਹ ਦੇ ਵਿੱਚ ਨੇ, ਜਿਹੜੇ ਸਰਵੇਸਰਵਾ ਨੇ, ਦੇਸਾਂ ਡਾਕਟਰ ਜੌਹਲ ਨੇ ਉਹਦੇ ਵਿੱਚ ਮੈਂਬਰ ਨੇ। ਇਸ ਕਰਕੇ ਬੰਦੇ ਸਾਡੇ ਕੋਲ ਹੈਗੇ ਨੇ। ਮੈਂ ਇਸ ਕਰਕੇ ਪੱਤਰ ਆਪ ਜੀ ਲਿਖਿਆ ਸੀ ਕਿ ਜਿਹੜਾ ਤੁਸੀਂ ਮੁੱਦਾ ਛੋਇਆ ਹੈ ਨਾ, ਇਹ ਅੱਜ ਦੇ 21ਵੀਂ ਸਦੀ ਦੇ ਦੂਜੇ ਦਹਾਕੇ ਦੇ ਵਿੱਚ ਜਦੋਂ ਨਨਕਾਣਾ ਸਾਹਿਬ ਦੇ 100 ਸਾਲ ਦੀ ਜਿਹੜੀ ਗੱਲ ਹੈ ਉਹਦੇ ਬਾਅਦ ਸ਼ੁਰੂ ਹੋ ਚੁੱਕੀ ਹੋਈ ਹੈ, 100ਵਾਂ ਸਾਲ ਸ਼ੁਰੂ ਹੋ ਚੁੱਕਾ ਹੋਇਆ ਹੈ। ਇਹਦੇ ਵਿੱਚ ਅਗਰ ਅੱਜ ਅਸੀਂ ਦੁਬਾਰਾ ਇਸ ਗੱਲ ਨੂੰ ਅੱਗੇ ਰੱਖ ਕੇ ਕਿ ਸਿੱਖ ਜਾਗ ਕੇ ਇਹ ਅਸੀਂ ਅੱਜ ਕੋਈ ਪੈਂਤੜੇ ਲੈ ਲਈਏ, 5 ਵੀਰ, 10 ਵੀਰ, 15 ਵੀਰ ਅੱਗੇ ਆ ਜਾਣ। ਤਰਲੋਚਨ ਸਿੰਘ ਜੀ ਉਹਨਾਂ ਕੋਲ ਜਾਣਕਾਰੀ ਵੀ ਹੈ, ਉਹਨਾਂ 'ਚ ਦਮ ਵੀ ਹੈ, ਉਹ ਸੂਤਰਧਾਰ ਬਣ ਸਕਦੇ ਨੇ ਤੇ ਸਾਨੂੰ ਇਹ ਤਿੰਨਾਂ ਇਕੱਠੀਆਂ ਕਰਕੇ ਤੁਹਾਡੇ ਵਰਗੇ ਵੀ ਨੂੰ ਅੱਗੇ ਲਾ ਕੇ ਇਹ ਬਿਨਾਂ ਵਕਤ ਗਵਾਏ ਤੋਂ ਮੈਂ ਬਲਮ ਧਰਮਮ ਬਲਮ ਪਾਪਮ, ਇਹ ਹੁਣ ਦੇਰੀ ਕਰਨ ਦਾ ਸਮਾਂ ਨਹੀਂ ਹੈ। ਇਹ ਬਿਨਾਂ ਸੋਚਣ ਦੇਰੀ ਕੀਤਿਆਂ ਕੋਈ ਨਾ ਕੋਈ ਇਹਦੇ ਵਾਸਤੇ ਲੱਕ ਬੰਨ ਲੈਣਾ ਚਾਹੀਦਾ ਹੈ। ਤੇ ਨਤੀਜੇ ਅੱਜ ਨੌਜਵਾਨ ਪੀੜ੍ਹੀ ਸਾਡੇ ਵਾਲੇ ਪਾਸੇ ਬੜੀ ਨਿਰਾਸ਼ਾ ਭਰੀ ਨਿਗਾਹ ਨਾਲ ਦੇਖਦੀ ਪਈ ਹੈ ਤੇ ਉਹ ਨਿਰਾਸ਼ਾ ਦੂਰ ਕਰਨ ਦੇ ਲਈ ਅੱਜ ਕਿਸੇ ਨਾ ਕਿਸੇ ਢੰਗ ਨਾਲ ਸਾਨੂੰ ਪਹਿਲ ਕਰਨੀ ਹਰਜਿੰਦਰ ਸਿੰਘ ਜੀ ਬਹੁਤ ਜ਼ਰੂਰੀ ਹੈ। ਤੇ ਮੈਂ ਤੇ ਅਸੀਂ ਭਾਵਨਾ ਰੱਖਦੇ ਹਾਂ ਤੇ ਅਸੀਂ ਇਸ ਲਈ ਪੰਥਕ ਅਸੈਂਬਲੀ ਦਾ ਮਤਲਬ ਕੀ ਸੀ ਕਿ ਕੌਮ ਦੇ ਸਾਹਮਣੇ ਅੱਜ ਕੌਮ ਦੇ ਸਿਰ ਜੋੜਨ ਵਾਲੀ ਸਾਡੇ ਕੋਲ ਹਿੰਮਤ ਦੇ ਸ਼੍ਰੋਮਣੀ ਕਮੇਟੀ ਫੇਲ ਹੋ ਗਈ। ਅੱਜ ਤਖਤ ਦੇ ਜਥੇਦਾਰ ਆਪਣੀ ਸੇਵਾ ਨਿਭਾਉਂਦੇ ਨੇ ਉਹਦੇ ਫੇਲ ਹੋ ਗਏ। ਅੱਜ ਕਿਸੇ ਸੰਸਥਾ ਦਮ ਨਹੀਂ ਰਹਿ ਗਿਆ ਕਿ ਅਸੀਂ ਕੌਮ ਦੀ ਗੱਲ ਕਰ ਸਕੀਏ। ਤਾਂ ਜਦੋਂ ਤਾਂ ਸਾਰੇ ਵੀਰ ਇਕੱਠੇ ਹੁੰਦੇ ਨੇ, ਦਲ ਖਾਲਸਾ ਵਾਲੇ ਜਾਂ ਦੂਸਰਾ ਜਸਵਿੰਦਰ ਸਿੰਘ ਐਡਵੋਕੇਟ, ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਉਹ ਸੰਸਥਾਵਾਂ ਇਕੱਠੀਆਂ ਹੋ ਕੇ ਅਸੀਂ ਪੰਥਕ ਅਸੈਂਬਲੀ ਬੁਲਾਉਂਦੇ ਹਾਂ। ਇੱਕ ਚੁਣੌਤੀ ਲੈ ਕੇ ਕੀਤੀ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਉੱਤੇ 2-3 ਕਮਿਸ਼ਨ ਬਣ ਗਏ ਨੇ, ਕੁਝ ਵੀ ਨਹੀਂ ਹੋਇਆ। ਅਸੀਂ ਕੌਮ ਦੇ ਸਾਹਮਣੇ ਕੋਈ ਨਾ ਕੋਈ ਗੱਲ ਕਰ ਸਕੀਏ ਤਾਂ ਉਦੋਂ ਫਿਰ ਵਾਈਟ ਪੇਪਰ ਨਿਕਲਿਆ ਸੀ ਜੀ। ਗਿਆਨੀ ਜੀ, ਮੈਂ ਤੁਹਾਨੂੰ ਬੇਨਤੀ ਕਰਦੇ ਹਾਂ, ਬੇਨਤੀ ਹੈ ਕਿ ਅੱਜ ਦੱਸੋ ਤੁਸੀਂ ਗੱਲ ਸ਼ੁਰੂਆਤ ਕੀਤੀ ਹੈ ਤੇ ਵਿਕਾਸ ਨੇ ਤੁਹਾਡੇ ਨਾਲ ਕੱਲ ਵੀ ਇਸੇ ਲਈ ਸੰਪਰਕ ਕੀਤਾ ਸੀ ਕਿ ਇਹਨੂੰ ਆਪਾਂ ਨੂੰ ਜ਼ਮੀਨ ਅੱਜ ਆਰਟੀਕਲ ਆਇਆ ਸਰਦਾਰ ਤਰਲੋਚਨ ਸਿੰਘ ਦਾ ਅਖਬਾਰ ਵਿੱਚ ਛਪਿਆ ਇਸੇ ਇਸ਼ੂ ਦੇ ਉੱਤੇ। ਇਸ ਕਾਰਨ ਕਰਕੇ ਸਾਨੂੰ ਚਾਹੀਦਾ ਹੈ ਕਿ ਇਸ ਗੱਲ ਨੂੰ ਆਪਾਂ ਜ਼ਮੀਨ ਤੇ ਨਾ ਪੈਣ ਦਈਏ ਤੇ ਆਪ ਦੀ ਹਿੰਮਤ ਧਾਰਨ ਕਰੋ। ਗੁਰੂ ਤੁਹਾਡੇ ਨਾਲ ਹੈ ਤੇ ਜਿੰਨੇ ਜੋਗੇ ਸਾਰੀਆਂ ਭਾਵਨਾਵਾਂ ਨੇ ਅਸੀਂ ਦਿਨ ਰਾਤ ਲਾਉਣ ਦੀ ਤਿਆਰ ਬੈਠੇ।
ਗਿਆਨੀ ਜੀ ਤੁਹਾਡੀ ਸਮਝ ਬੜੀ ਪਿਆਰੀ ਹੈ ਔਰ ਦੂਜੀ ਗੱਲ ਇਹ ਹੈ ਕਿ ਤੁਹਾਡਾ ਖਾਸਾ ਖਾਲਸਾ ਹੈ, ਤੁਹਾਡਾ ਸਰੂਪ ਖਾਲਸਾ ਹੀ ਹੈ। ਅਸੀਂ ਤਾਂ ਉਸ ਜਗ੍ਹਾ ਤੱਕ ਪਹੁੰਚ ਨਹੀਂ ਸਕਦੇ, ਸਾਡੀਆਂ ਕਈ ਤਰ੍ਹਾਂ ਦੀਆਂ ਲਿਮਿਟੇਸ਼ਨਸ ਨੇ, ਅਸੀਂ ਤਾਂ ਬਹੁਤ ਛੋਟੇ ਹਾਂ, ਸਾਡੀ ਔਕਾਤ ਛੋਟੀ ਹੈ। ਮੈਂ ਬੜਾ ਸਪਸ਼ਟ ਹੁੰਦਾ ਚੀਜ਼ਾਂ ਦੇ ਮਾਮਲੇ 'ਚ, ਅਸੀਂ ਉਹ ਡੀਂਗ ਨਹੀਂ ਮਾਰਦੇ ਜਿਹੜੀ ਅਸੀਂ ਕਰ ਸਕੀਏ ਜਾਂ ਨਾ ਕਰ ਸਕੀਏ। ਸਵਾਲ ਬਹੁਤ ਅਹਿਮ ਆ ਕਿ ਤੁਸੀਂ ਜੇਕਰ ਸਾਰੇ ਲੋਕ ਇਕੱਠੇ ਹੁੰਦੇ ਹੋ, ਮੈਂ ਹੁਣ ਤੁਹਾਡੇ ਨਾਲ ਇਹ ਸਾਂਝ ਪਾਉਣੀ ਜ਼ਰੂਰ ਚਾਹੂੰਗਾ ਕਿ ਪੰਜਾਬ ਐਂਡ ਸਿੰਧ ਬੈਂਕ ਦੇ ਮੌਜੂਦਾ ਚੇਅਰਮੈਨ ਸਰਦਾਰ ਚਰਨ ਸਿੰਘ, ਮੈਂ ਉਹਨਾਂ ਨਾਲ 2-3-4 ਵਾਰੀ ਸੰਵਾਦ ਹੋਇਆ, ਮੇਰੀ ਗੱਲਬਾਤ ਹੋਈ ਫੋਨ ਤੇ, ਹਾਲਾਂਕਿ ਮੈਂ ਉਹਨਾਂ ਨੂੰ ਇੰਟਰਵਿਊ ਅਜੇ ਕਰਨਾ ਹੈ। ਮੈਨੂੰ ਲੱਗਿਆ ਕਿ ਯਾਰ ਸਾਡੇ ਕੋਲ ਐਸੇ ਸਿੱਖ ਬੈਠੇ, ਉਸ ਬੰਦੇ ਨੂੰ ਇੰਨੀ ਇਕਨੋਮੀ ਦੀ ਸਮਝ ਆ, ਉਸ ਬੰਦੇ ਨੂੰ ਇੰਨੀ ਆਰਥਿਕਤਾ ਬਾਰੇ ਸਮਝ ਹੈ ਕਿ ਸੁਣਨ 'ਚ ਆਇਆ ਕਿ ਉਹ ਅਰੁਣ ਜੇਟਲੀ ਜਿਹੜੇ ਫੌਤ ਹੋ ਗਏ ਔਰ ਉਹਨਾਂ ਦੇ ਨਾਲ ਕਿਸੇ ਇੱਕ ਮੀਟਿੰਗ ਦੇ ਵਿੱਚ IIM 'ਚ ਸੀਗੇ, ਉਹਨਾਂ ਨੇ ਕਿਹਾ ਨਹੀਂ ਸਰਦਾਰ ਜੀ ਤੁਹਾਨੂੰ ਤਾਂ ਮੈਂ ਬੈਂਕ ਦਾ ਚੇਅਰਮੈਨ ਲਾਉਣਾ। ਇਹੋ ਜਿਹੇ ਸਰਦਾਰ ਲੋਕ ਬੈਠੇ ਆ ਜਿਹੜੇ ਪੰਜਾਬ ਲਈ ਤੜਪ ਰੱਖਦੇ ਆ, ਉਹ ਦਰਦ ਨਾਲ ਲੁੱਛਦੇ ਆ। ਮੈਂ ਕਈ ਵਾਰੀ ਮਹਿਸੂਸ ਕੀਤਾ ਉਹਨਾਂ ਦੀਆਂ ਗੱਲਾਂ 'ਚ ਕਿ ਜੇਕਰ ਸਾਡੇ ਪੋਲੀਟੀਸ਼ੀਅਨ ਜਿਹੜੇ ਸਿਰਫ ਤੇ ਸਿਰਫ ਵੋਟ ਤੱਕ ਹੀ ਸੀਮਤ ਹੋ ਗਏ, ਜੇਕਰ ਉਹ ਇਸ ਤਰ੍ਹਾਂ ਦੀ ਅਗਵਾਈ ਲੈ ਲੈਣ, ਸਾਡੀ ਡਿਊਟੀ ਸਿਰਫ ਇੰਨੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਉਹ ਵੱਡੇ ਚਿਹਰੇ ਦਿਖਾਉਣੇ ਕਿ ਪੰਜਾਬੀਓ ਅਸੀਂ ਮਰੇ ਨਹੀਂ ਗੇ, ਸਾਡੀ ਅਗਵਾਈ ਕਰਨ ਲਈ ਇਹ ਲੋਕ ਬੈਠੇ ਆ, ਅਸੀਂ ਇਹਨਾਂ ਵੱਲੋਂ ਪਿੱਠ ਕਰਕੇ ਖਲੋਤੇ ਆ। ਸਰਦਾਰ ਭਾਈ ਸਾਹਿਬ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਉਹਨਾਂ ਲੋਕਾਂ ਚੋਂ ਆ ਜਿਹੜੇ ਪੜ੍ਹਦੇ ਨੇ, ਲਗਾਤਾਰ ਪੜ੍ਹਨ ਦੇ ਵਿੱਚ ਰੁਚਿਤ ਹੈ ਔਰ ਲੋੜ ਪੈਣ ਤੇ ਸੰਵਾਦ ਦੇ ਵਿੱਚ, ਗੋਸ਼ਟੀਆਂ ਦੇ ਵਿੱਚ ਨੇ। ਮੈਨੂੰ ਇਹ ਫਿਕਰ ਹੈ ਤੁਸੀਂ ਇਹਦੇ ਵਿੱਚ ਇਨੀਸ਼ੀਏਟਿਵ ਲਓ। ਅਸੀਂ ਸਿਰਫ ਤੇ ਸਿਰਫ ਉਹ ਸਾਰੇ ਦੇ ਸਾਰੇ ਚਿਹਰੇ ਤੁਹਾਨੂੰ ਦਿਖਾ ਸਕਦੇ ਹਾਂ। ਆਖਰ ਤੁਸੀਂ ਸਾਰਿਆਂ ਨੇ ਜੁੜਨਾ ਹੈ ਤਾਂ ਹੀ ਰਿਜ਼ਲਟ ਆਉਣੇ ਆ। ਕੌਮ ਕੋਲ ਪੈਸੇ ਦੀ ਕੋਈ ਕਮੀ ਨਹੀਂ, ਇੰਨੇ ਲੋਕ ਬੈਠੇ ਆ, ਉਹ ਕਹਿੰਦੇ ਜੀ ਤੁਸੀਂ ਸਾਨੂੰ ਸਿਰਫ ਸੰਜੀਦਗੀ ਦਿਖਾਓ, ਕ੍ਰੈਡੀਬਿਲਿਟੀ ਦਿਖਾਓ, ਭਰੋਸੇਯੋਗਤਾ ਦਿਖਾਓ, ਸਾਡੇ ਤੋਂ ਸਾਰਾ ਕੁਝ ਲੈ ਲਓ, ਤੁਹਾਨੂੰ ਫਿਕਰ ਦੀ ਲੋੜ ਨਹੀਂ। ਸੋ ਮੈਂ ਤੁਹਾਡੇ ਤੋਂ ਆਸ ਕਰਦਾ। ਠੀਕ ਹੈ ਜੀ, ਤੁਸੀਂ ਰਜਿੰਦਰ ਜੀ ਤੁਹਾਡਾ ਜਿਹੜਾ ਫਿਕਰ ਹੈ ਮੈਂ ਮੰਨ ਤਾਂ ਹੀ ਤੁਹਾਡੇ ਨਾਲ ਸਾਡੇ ਵੀ ਗੁਰੂ ਕਰਕੇ ਸਾਂਝ ਹੈ ਕਿ ਦੇਖੋ ਅੱਜ ਫਿਕਰ ਵਾਲੇ ਬੰਦੇ ਥੋੜੇ ਹੁੰਦੇ ਨੇ ਹਮੇਸ਼ਾ ਜੀ, ਤੇ ਇਹਨਾਂ ਫਿਕਰ ਵਾਲਿਆਂ ਦੇ ਕੋਲ ਜਿਹੜਾ ਫਿਕਰ ਹੈ, ਇਸ ਫਿਕਰ ਨੂੰ ਸਾਨੂੰ ਕੌਮੀ ਫਿਕਰ ਬਣਾ ਲੈਣਾ ਚਾਹੀਦਾ ਹੈ। तो बन सकता है, कोई साड़ी समस्या नहीं है। साड़ी भावना में असं ध्यान च रखते हैं। मैं खुद सरदार त्रिलोचन सिंह नाल भी संपर्क कर लाँगा, होर वीरां नाल भी कर लाँगे, तो असीं करके ये बारे तुहाडे नाल मुड़ के टाई अप करते हैं और असीं इत्थे माल कृपा करेगा जरूर ये बारे कोई ना कोई चंगा कौम नूं एक समय के मुताबिक जिहड़ा है को सानू कोई इहो जी अवस्था मिलेगी जिहदे असीं अपनी कौम के हर पक्ष उत्ते गल करन दी हिम्मत ही नहीं रखांगे, बल्कि असीं उन्हां दी दुख बनाउण दे लई, सुख विच वाधा करन दे लई असीं काम कर सकदे। बहुत मेहरबानी सरदार साहब, बहुत धन्यवाद। ਤੁਸੀਂ ਸਾਡੇ ਨਾਲ ਜੁੜੇ ਹੋ, ਸਾਡੇ ਲਈ ਤੁਸੀਂ ਸਿੰਘ ਸਾਹਿਬ ਵੀ ਹੋ ਤੇ ਸਰਪ੍ਰਸਤ ਵੀ ਹੋ, ਕਿਉਂਕਿ ਤੁਸੀਂ ਤੁਹਾਡੇ ਉਮਰ ਦਾ ਅਨੁਭਵ, ਤੁਹਾਡੇ ਅਨੁਭਵ ਦਾ ਤਕਾਜ਼ਾ ਇਹ ਹੈ ਕਿ ਅਸੀਂ ਤੁਹਾਡੇ ਤੋਂ ਅਗਵਾਈ ਲਈਏ, ਸੰਕੀਰਨਤਾ ਛੱਡੀਏ, ਅਸੀਂ ਬੀਤੇ ਨੂੰ ਜਾਂ ਕੁਝ ਛੋਟੀਆਂ ਮੋਟੀਆਂ ਚੀਜ਼ਾਂ ਤੋਂ ਪਾਸੇ ਹੋ ਕੇ ਵੱਡੇ ਕੈਨਵਸ ਦੇ ਉੱਤੇ ਕੁਝ ਉਕਰੀਏ ਤਾਂ ਕਿ ਸਾਡਾ ਜ਼ਿਕਰ ਰਹਿੰਦਾ ਹੋਵੇ। ਬਹੁਤ ਮਿਹਰਬਾਨੀ ਜੀ। ਧੰਨਵਾਦ ਜੀ। ਮੈਂ ਖਾਲਸਾ। ਵਾਹਿਗੁਰੂ।